ਰੱਖਿਆ ਬਜਟ ਵਿੱਚ ਕਟੌਤੀ ਕੀਤੀ ਗਈ ਹੈ ਜਾਂ ਵਾਧਾ ਕੀਤਾ ਗਿਆ? ਮੇਰੇ ਕੋਲੇ ਅੰਕੜੇ ਪਏ ਆ ਪਰ ਮੈਂ ਤੁਹਾਡੇ ਮੂੰਹ ਸੁਣਨਾ ਚਾਹੁੰਦਾ। ਇੰਡੀਆ ਦੀ ਪਾਲਿਸੀ ਰਹੀ ਹੈ that it does not go beyond 3% of the GDP as far as defense budget is concerned. ਜਿੰਨਾ ਪੈਸਾ ਅਸੀਂ ਮਿਲਟਰੀ ਤੇ ਖਰਚਦੇ ਪਏ ਆ, ਡਿਫੈਂਸ ਤੇ ਖਰਚਦੇ ਪਏ ਆ, ਜੇ ਅਸੀਂ ਆਮ ਬੰਦੇ ਨੂੰ ਉੱਚਾ ਚੁੱਕਣ ਵਾਸਤੇ ਉਹਨਾਂ ਪੈਸਾ ਖਰਚਦੇ ਹੁੰਦੇ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਅਸੀਂ ਬਹੁਤ ਅੱਗੇ ਵਧੇ ਹੁੰਦੇ ਸਨ। ਦੇਖੋ ਪੂਰੀ ਦੁਨੀਆ ਦੇ ਵਿੱਚ ਤੇ ਦੋ ਕਿਸਮ ਦੇ ਲੋਕ ਨੇ, ਇੱਕ ਨੇ ਜਿਹੜੇ ਐਕਸਪਲੋਇਟ ਕਰ ਰਹੇ ਨੇ, ਇੱਕ ਜਿਹੜੇ ਐਕਸਪਲੋਇਟ ਹੋ ਰਹੇ ਨੇ। ਅਸੀਂ ਐਕਸਪਲੋਇਟ ਹੋ ਰਹੇ ਹਾਂ। ਅਸੀਂ ਸੁਪਰ ਪਾਵਰ ਦੀ ਗੱਲ ਕਰਦੇ ਹਾਂ ਹਮੇਸ਼ਾ, ਤਾਂ ਲੱਗਦਾ ਕਿ ਅਸੀਂ ਉਸ ਰੇਸ ਵਿੱਚ ਹੈਗੇ ਹਾਂ। ਸਾਡੀ ਜਿਹੜੀ ਮਾਨਸਿਕਤਾ ਹੈਗੀ ਹੈ, ਜਿਹੜੀ ਸਾਡੀ ਆਈਡੀਓਲੋਜੀ ਹੈ, ਉਹ ਇੱਕ ਸੁਪਰ ਪਾਵਰ ਬਣਨ ਦੀ ਨਹੀਂ ਹੈ। ਸਾਡੀ ਹੈਗੀ ਹੈ ਯੂਨੀਵਰਸਲ ਗੁੱਡਵਿਲ। ਪਰ ਕਾਂਗਰਸ ਤਾਂ ਇਹ ਸਵਾਲ ਕਰਦੀ ਪਈ ਹੈ ਕਿ ਜਿਹੜੀ ਚਾਈਨਾ ਦੀ ਵਿਸਥਾਰਵਾਦੀ ਨੀਤੀ ਹੈ ਉਹਦੇ ਵਿਚਾਲੇ ਬੀਜੇਪੀ ਨੇ ਆ ਜਿਹੜੇ ਸਾਡੇ ਪਿੰਡ ਹੈ, ਜਿਹੜੇ ਸਾਡੇ ਸਰਹੱਦੀ ਖੇਤਰ ਹੈ, ਉਹ ਬਚਾ ਨਹੀਂ ਸਕੇ। ਅਸੀਂ P5 P12 ਅਸੀਂ ਉੱਥੇ ਜਿਹੜੇ ਰੋਜ਼ਾਨਾ ਜਿਵੇਂ ਗਸ਼ਤ ਹੁੰਦੀ ਸੀ ਪਹਿਲਾਂ, ਅਸੀਂ ਉਸ ਤਰੀਕੇ ਨਾਲ ਗਸ਼ਤ ਕਰ ਪਾ ਰਹੇ ਹਾਂ ਜਾਂ ਨਹੀਂ ਸਰ? ਬਿਲਕੁਲ ਆਨਗੋਇੰਗ ਟੈਨਸ਼ਨਸ ਨੇ, ਇਹ ਕਦੀ ਖਤਮ ਨਹੀਂ ਹੁੰਦੀ। ਤੁਸੀਂ ਔਨ ਰਿਕਾਰਡ ਇਹ ਗੱਲ ਕਹਿ ਸਕਦੇ ਹੋ ਕਿ ਚਾਈਨਾ ਨੇ 2014 ਤੋਂ ਬਾਅਦ ਸਾਡੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ। ਜਦੋਂ ਇਹ ਪੁਲਵਾਮਾ ਦਾ ਜ਼ਿਕਰ ਸਾਡੇ ਕੋਲ ਆਉਂਦਾ ਤੇ ਜਦੋਂ ਬਾਲਾਕੋਟ ਦਾ ਜ਼ਿਕਰ ਆਉਂਦਾ, ਉਹਦੇ ਵਿਚਾਲੇ ਤੁਹਾਡੇ ਹੀ ਗਵਰਨਰ ਜਿਹੜੇ ਰਹੇ ਆ ਉਹ ਸਵਾਲ ਚੁੱਕਦੇ ਆ ਤੁਹਾਡੀ ਹੀ ਸਰਕਾਰ ਤੇ, ਉਹਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ। ਇੱਕ ਪਹਿਲੀ ਗੱਲ ਤੇ ਗਵਰਨਰ ਸਾਹਿਬ ਨੂੰ ਜੋ ਉਹ ਬੋਲਦੇ ਨੇ, ਮੇਰੇ ਹਿਸਾਬ ਦੇ ਨਾਲ ਹੀ ਇਜ਼ ਨਾਈਦਰ ਕੰਪੀਟੈਂਟ ਟੂ ਸਪੀਕ ਅਬਾਊਟ ਇਟ। ਉਹਨਾਂ ਨੂੰ ਪਤਾ ਹੈ ਕਿ ਜਦੋਂ ਸਾਡੇ ਬੰਦੇ ਜੇ ਇੱਕ 2-3 ਜਵਾਨਾਂ ਦਾ ਬੀਹੈਡ ਕਰਕੇ ਉਹਨਾਂ ਨੂੰ ਉੱਥੇ ਫੁੱਟਬਾਲ ਖੇਲਿਆ ਸੀਗਾ, ਡਜ਼ ਹੀ ਨੋ ਅਬਾਊਟ ਦੈਟ? ਕਹਿੰਦਾ ਸਾਹਿਬ ਪੰਜਾਬ ਇਹ ਸਵਾਲ ਕਰਦਾ ਪਿਆ ਜਿਵੇਂ ਜੰਮੂ ਕਸ਼ਮੀਰ ਵਿੱਚ ਤੁਸੀਂ ਕੀਤਾ ਹੈ, ਪੰਜਾਬ ਵਿੱਚ ਇਹੋ ਜਿਹਾ ਪਲਾਨ ਤਾਂ ਨਹੀਂ ਕੀਤਾ? ਕੀ ਕੀਤਾ ਸੀ ਜੰਮੂ ਕਸ਼ਮੀਰ? ਉਹ ਕਹਿੰਦੇ ਵੀ ਇਸ ਤੋਂ ਪਹਿਲਾਂ ਕਿਸੇ ਵੀ ਗਵਰਨਰ ਨੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਵਿੱਚ ਇਹ ਦੌਰੇ ਨਹੀਂ ਕੀਤੇ ਸੀਗੇ। ਜਦੋਂ ਗਵਰਨਰ ਸਾਹਿਬ ਜਾ ਕੇ ਬਿਆਨ ਦੇਣ ਕਿ ਸਰਜੀਕਲ ਸਟ੍ਰਾਈਕ ਕਰ ਦਿਓ ਪਾਕਿਸਤਾਨ ਦੇ ਖਿਲਾਫ, ਕੀ ਇਹ ਜਸਟੀਫਾਈ ਹੈ? ਬਿਆਨ ਦੇਣੇ ਚਾਹੀਦੇ। ਜਦੋਂ ਪੰਜਾਬ ਇਹ ਸਵਾਲ ਕਰਦਾ ਹੈ, ਪੰਜਾਬ ਬੀਜੇਪੀ ਅੱਗੇ ਵੀ ਸਵਾਲ ਬਹੁਤ ਵਾਰੀ ਆਇਆ ਹੈ ਕਿ ਅਸੀਂ ਪਾਕਿਸਤਾਨ ਨਾਲ ਲਾਂਘੇ ਕਿਉਂ ਨਹੀਂ ਖੋਲ੍ਹ ਸਕਦੇ ਆਪਦੇ। ਮੁੱਖ ਮੰਤਰੀ ਵਾਰ-ਵਾਰ ਇਹ ਸਵਾਲ ਖੜਾ ਕਰਦੇ ਆ ਵੀ ਸੈਂਟਰ ਸਾਡੀ ਹੈਲਪ ਕਰੇ, ਪਰ ਜੇ ਪੰਜਾਬ ਨੇ ਆਪਦੇ ਪੈਰਾਂ ਤੇ ਖੜਾ ਹੋਣਾ ਤੇ ਪਾਕਿਸਤਾਨ ਨਾਲ ਜਿਹੜੇ ਲਾਂਘੇ ਖੁੱਲ੍ਹਣੇ ਚਾਹੀਦੇ ਆ। ਉਹਨਾਂ ਦੇ ਕੋਲ ਆਪਣੇ ਖਾਣ ਵਾਸਤੇ ਪੈਸੇ ਹੈ ਨਹੀਂ, ਉਹ ਸਾਨੂੰ ਕੀ ਦੇ ਦੇਣਗੇ? ਘੱਟ ਗਿਣਤੀਆਂ ਦੇਸ਼ ਦੇ ਵਿੱਚ ਆਪਦੇ ਆਪ ਨੂੰ ਡਰੀਆਂ ਹੋਈਆਂ ਮਹਿਸੂਸ ਕਰਦੀਆਂ ਪਈਆਂ ਕਿ ਕੇਂਦਰ ਸਰਕਾਰ ਦੇ ਰਾਜ ਵਿੱਚ ਅਸੀਂ ਸੁਰੱਖਿਅਤ ਨਹੀਂ ਹੈਗੇ। ਸੋ ਇਹ 2024 'ਚ ਪਤਾ ਲੱਗ ਜਾਏਗਾ ਕਿ ਘੱਟ ਗਿਣਤੀਆਂ ਸਾਡੇ ਨਾਲ ਨੇ ਕਿ ਸਾਡੇ ਖਿਲਾਫ ਨੇ। ਤਾਂ ਤੁਸੀਂ ਮੈਨੂੰ ਸਵਾਲ ਪੁੱਛੋ। ਨਹੀਂ, ਫੌਜੀ ਕਦੇ ਸਕਦਾ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਅੱਜ ਸਾਡੇ ਨਾਲ ਸਟੂਡੀਓ ਵਿੱਚ ਜਿਹੜੀ ਸ਼ਖਸੀਅਤ ਮੌਜੂਦ ਹੈ ਉਹ ਹੈ ਤਾਂ ਅੱਜ ਕੱਲ੍ਹ ਪੋਲੀਟੀਕਲ ਪਾਰਟੀ ਦੇ ਨਾਲ ਜੁੜੇ ਹੋਏ ਨੇ, ਭਾਰਤੀ ਜਨਤਾ ਪਾਰਟੀ ਵਿੱਚ, ਪਰ ਉਹਨਾਂ ਲੰਮਾ ਸਮਾਂ ਡਿਫੈਂਸ ਦੇ ਵਿੱਚ ਗੁਜ਼ਾਰਿਆ, ਸਰਹੱਦਾਂ ਤੇ ਗੁਜ਼ਾਰਿਆ ਤੇ ਉਸ ਥਾਂ ਤੇ ਗੁਜ਼ਾਰਿਆ ਜਿੱਥੇ ਟੈਂਕਾਂ ਦੀ ਆਵਾਜ਼ 20 ਸਾਲ ਤੋਂ ਵੱਧ ਉਹਨਾਂ ਨੇ ਸੁਣੀ ਹੈ। 30 ਸਾਲ ਤੋਂ ਵੱਧ ਸਰਵਿਸ ਕੀਤੀ ਹੈ ਤੇ ਜਦੋਂ ਆਰਮੀ 'ਚੋਂ ਵਾਪਸ ਆਇਆ ਤਾਂ ਉਦੋਂ ਕਰਨਲ ਰੈਂਕ ਵਿੱਚ ਸੀਗੇ ਤੇ ਉਹਨਾਂ ਨੂੰ ਡਿਫੈਂਸ ਬਾਰੇ ਸਭ ਕੁਝ ਪਤਾ ਤੇ ਜਰਨਲਿਜ਼ਮ ਬਾਰੇ ਬਹੁਤ ਕੁਝ ਪਤਾ। ਤੇ ਡਿਫੈਂਸ ਤੇ ਜਰਨਲਿਜ਼ਮ ਦਾ ਮੇਲ ਇਸ ਕਰਕੇ ਹੋਇਆ ਕਿਉਂਕਿ ਉੱਥੋਂ ਜਿਹੜਾ ਆਰਮੀ ਦਾ ਮੀਡੀਆ ਵਿੰਗ ਸੀਗਾ ਉਸ ਨੂੰ ਹੈਂਡਲ ਕਰਦੇ ਰਹੇ ਆ। ਇੱਥੇ ਆ ਕੇ ਨਿਊਜ਼ ਏਜੰਸੀ ਦੇ ਨਾਲ ਜੁੜੇ ਰਹੇ ਆ ਤੇ ਪੱਤਰਕਾਰਤਾ ਦੇ ਵਿੱਚ ਵੀ ਲੰਮਾ ਸਮਾਂ ਕੰਮ ਕੀਤਾ ਤੇ 2 ਕਿਤਾਬਾਂ ਉਹਨਾਂ ਨੇ ਲਿਖੀਆਂ ਹੋਈਆਂ ਨੇ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਆਰਟੀਕਲ ਲਿਖੇ ਆ ਤੇ ਡਿਫੈਂਸ ਐਨਲਿਸਟ ਦੇ ਤੌਰ ਤੇ ਜਾਣੇ ਜਾਂਦੇ ਨੇ ਤੇ ਅੱਜ ਕੱਲ੍ਹ ਬੀਜੇਪੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਤੇ ਸਮਝਾਂਗੇ ਰਾਸ਼ਟਰਵਾਦੀ ਪਰਿਭਾਸ਼ਾ ਹੈ ਕੀ ਹੈ। ਕਰਨਲ ਜੈਬੰਤ ਸਿੰਘ ਸਾਡੇ ਨਾਲ ਨੇ। ਜੈਬੰਤ ਜੀ, ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ KP ਸਿੰਘ ਜੀ। ਇਟ ਇਜ਼ ਆਲਵੇਜ਼ ਅ ਪਲੇਜ਼ਰ ਟੂ ਕਮ ਟੂ ਜਸਟ ਟੀਵੀ। ਥੈਂਕ ਯੂ ਸਰ, ਤੁਸੀਂ ਵਕਤ ਕੱਢਿਆ। ਸਰ, ਮੈਂ ਰਾਸ਼ਟਰਵਾਦ ਤੋਂ ਸ਼ੁਰੂ ਕਰਨਾ ਚਾਹੁੰਦਾ। ਇਹ ਰਾਸ਼ਟਰਵਾਦ ਬੀਜੇਪੀ ਲਈ ਕੀ ਹੈ ਤੇ ਤੁਹਾਡੇ ਲਈ ਕੀ ਹੈ? ਰਾਸ਼ਟਰਵਾਦ KP ਸਿੰਘ ਜੀ ਸਾਰਿਆਂ ਵਾਸਤੇ ਹੀ ਹੈ। ਇਟ ਇਜ਼ ਇਹ ਇੱਕ ਇਨਗ੍ਰੇਨਡ ਨੈਸ਼ਨਲਿਜ਼ਮ ਜਿਹਨੂੰ ਕਹਿੰਦੇ ਨੇ, ਇਹ ਤੇ ਇੱਕ ਇਨਗ੍ਰੇਨਡ ਕੁਆਲਿਟੀ ਹੈਗੀ ਹੈ ਜਿਹੜੀ ਕਿ ਸਾਨੂੰ ਬਚਪਨ ਤੋਂ ਹੀ ਸਾਡੀ ਟ੍ਰੇਨਿੰਗ ਤੋਂ ਹੀ ਸਿਖਾਈ ਜਾਂਦੀ ਹੈ ਤੇ ਸਭ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਸੋ ਇਹਦੇ ਵਿੱਚ ਇਹਨੂੰ ਕੰਪੈਰੀਜ਼ਨ ਕਰਨਾ ਕਿ ਬੀਜੇਪੀ ਦਾ ਕਿਹੜਾ ਰਾਸ਼ਟਰਵਾਦ ਹੈ ਤੇ ਆਰਮੀ ਦਾ ਕਿਹੜਾ ਹੈ ਤੇ ਦੂਸਰਿਆਂ ਦਾ ਕਿਹੜਾ, ਆਈ ਥਿੰਕ ਇਟ ਇਜ਼ ਨਾਟ ਰਿਕੁਆਇਰਡ। ਰਾਸ਼ਟਰਵਾਦ ਹੈ। ਮੇਰਾ ਸਵਾਲ ਠੀਕ ਨਹੀਂ ਲੱਗਿਆ ਤੁਹਾਨੂੰ? ਹਾਂਜੀ, ਮੇਰਾ ਸਵਾਲ ਠੀਕ ਨਹੀਂ ਲੱਗਿਆ? ਨਹੀਂ, ਸਵਾਲ ਤੇ ਤੁਹਾਡਾ ਬਹੁਤ ਅੱਛਾ ਸੀਗਾ ਤੇ ਮੈਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿੰਨਾ ਕੁ ਅਸੀਂ ਮਤਲਬ ਕੋਸ਼ਿਸ਼ ਕਰਨੇ ਆ ਕਿ ਜੋ ਨੇਸ਼ਨ ਦੇ ਵਾਸਤੇ ਚੰਗਾ ਹੈ,
ਕਿਉਂਕਿ ਨੇਸ਼ਨ ਅਗਰ ਸਟਰੋਂਗ ਹੋਏਗਾ ਤੇ ਅਸੀਂ ਸਟਰੋਂਗ ਹੋਵਾਂਗੇ, ਤੇ ਜੋ ਨੇਸ਼ਨ ਦੇ ਵਾਸਤੇ ਚੰਗਾ ਹੈ ਉਹਨੂੰ ਹੀ ਅੱਗੇ ਵਧਾਇਆ ਜਾਏ। ਤੇ ਮੈਂ ਤੇ ਜਦੋਂ ਦਾ ਰਿਟਾਇਰ ਹੋਇਆ ਉਦੋਂ ਦਾ ਮੈਂ ਇਸੇ ਕੰਮ 'ਚ ਲੱਗਿਆ ਕਿ ਨੇਸ਼ਨ ਨੂੰ ਸਟਰੋਂਗ ਹੋਣਾ ਚਾਹੀਦਾ, ਸੂਬੇ ਨੂੰ ਸਟਰੋਂਗ ਹੋਣਾ ਚਾਹੀਦਾ। ਮੇਰਾ ਪੂਰਾ ਫੋਕਸ ਇਸ ਪਾਸੇ ਹੁੰਦਾ, ਕਿਉਂਕਿ ਹੋਰ ਮੇਰੇ ਕੋਲ ਕੋਈ ਕੰਮ ਹੈ ਨਹੀਂ ਕਰਨ ਵਾਸਤੇ ਆਫਟਰ ਰਿਟਾਇਰਮੈਂਟ। ਚਲੋ ਮੈਂ ਹੁਣ ਉਸ ਪੁਆਇੰਟ ਤੇ ਆਉਣਾ ਜਿੱਥੇ ਤੁਸੀਂ ਆਪਣੀ ਜ਼ਿੰਦਗੀ ਦਾ ਬਹੁਤਾ ਸਫ਼ਰ ਜਿਹੜਾ ਤੈਅ ਕੀਤਾ ਹੈ। ਤੁਸੀਂ J&K ਦੇ ਵਿੱਚ ਬਹੁਤ ਵੱਡੇ ਆਪਰੇਸ਼ਨਸ ਦੇ ਵਿੱਚ ਕੰਮ ਕੀਤਾ ਹੈ, ਸ਼੍ਰੀਲੰਕਾ ਵਿੱਚ ਕੰਮ ਕੀਤਾ ਹੈ, ਹੋਰ ਬੜੇ ਆਪਰੇਸ਼ਨਸ ਹੈ। ਮੈਂ ਤੁਹਾਡਾ ਸਾਰਾ ਪ੍ਰੋਫਾਈਲ ਪੜ੍ਹ ਰਿਹਾ ਸੀਗਾ। ਕਰਨਲ ਜੈਵੰਤ ਸਿੰਘ, ਜੋ ਤੁਸੀਂ ਉੱਥੇ ਕੰਮ ਕਰਦੇ ਹੋ ਤੇ ਜਦੋਂ ਉਸ ਫੀਲਡ ਵਿੱਚ ਕੰਮ ਕਰਦੇ ਹੋ ਤੇ ਇੱਕ ਪੋਲਿਟਿਕਸ ਵਿੱਚ ਤੁਸੀਂ ਜੁਆਇਨ ਕਰਦੇ ਹੋ, ਦੋਨਾਂ ਚੀਜ਼ਾਂ ਵਿੱਚ ਵਖਰੇਵਾਂ ਤਾਂ ਬਹੁਤ ਜ਼ਿਆਦਾ, ਪਰ ਜਿਹੜਾ ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਵਾਲੀ ਗੱਲ ਹੈ ਉਹ ਬਜਟ ਨਾਲ ਮਜ਼ਬੂਤ ਹੁੰਦਾ ਸਰ। ਤੇ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਉਹ ਉਹਨਾਂ ਬਜਟ ਦੇ ਪਾ ਰਹੀ ਹੈ ਤੁਹਾਡੀ ਆਰਮੀ ਨੂੰ? ਜੀ, ਬਹੁਤ ਅੱਛਾ ਸਵਾਲ ਹੈ, ਵੈਰੀ ਗੁੱਡ ਕੁਐਸਚਨ। ਤੇ ਇਹਦਾ ਆਨਸਰ ਇਹ ਹੈ, ਪਹਿਲੀ ਗੱਲ ਤੇ ਮੈਂ J&K 'ਚ ਵੀ ਰਿਹਾ, ਪੰਜਾਬ 'ਚ ਬਹੁਤ ਰਿਹਾ, ਨਾਰਥ ਈਸਟ 'ਚ ਰਿਹਾ, ਸ੍ਰੀਲੰਕਾ 'ਚ ਰਿਹਾ। ਸੋ ਜਿਹੜੀ ਚੀਜ਼ ਨੂੰ ਤੁਸੀਂ ਕਹਿੰਦੇ ਹੋ ਨਾ ਨਾਨ ਕਨਵੈਨਸ਼ਨਲ ਵਾਰਫੇਅਰਸ, ਤੇ ਉਹਨਾਂ ਦੇ ਵਿੱਚ ਮੇਰਾ ਕਾਫੀ ਜ਼ਿਆਦਾ ਐਕਸਪੀਰੀਅੰਸ ਹੈਗਾ। ਤੇ ਕਨਵੈਨਸ਼ਨਲ ਵਾਰਫੇਅਰ ਦੇ ਵਿੱਚ ਵੀ ਕੋਈ ਕਨਵੈਨਸ਼ਨਲ ਲੜਾਈ ਤੇ ਹੋਈ ਨਹੀਂ, ਪਰ ਨਾਨ ਕਨਵੈਨਸ਼ਨਲ ਵਾਰਫੇਅਰ ਦੇ ਵਿੱਚ ਤੇ ਬਹੁਤ ਜ਼ਿਆਦਾ ਹੈ। ਤੇ ਮੇਰਾ ਦੋਵੇਂ ਪਾਸੇ ਦਾ ਐਕਸਪੀਰੀਅੰਸ ਹੈ, ਫੌਜ ਦਾ ਵੀ ਹੈਗਾ ਤੇ ਸਿਵਲ ਦਾ ਵੀ ਹੈ, ਜਰਨਲਿਜ਼ਮ ਦਾ ਵੀ ਹੈਗਾ। ਜੋ ਪਹਿਲੀ ਗੱਲ ਤੇ ਮੈਂ ਇਹ ਕਹਿਣੀ ਚਾਹੁੰਦਾ ਕਿ ਆਰਮੀ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਿਹਨੂੰ ਸਾਰੀਆਂ ਪੋਲੀਟੀਕਲ ਪਾਰਟੀਜ਼ ਨੇ ਨਰਚਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਰ ਮੈਂ ਇਹ ਕਹਾਂ ਕਿ ਸਿਰਫ BJP ਨੇ ਕੀਤੀ ਹੈ, ਗਲਤ ਹੋਏਗਾ। ਜਿਹੜੀ ਆਰਮੀ ਦੀ ਸਭ ਤੋਂ ਪਹਿਲੀ ਇੱਕ ਹੋਈ ਸੀਗੀ ਮਾਡਰਨਾਈਜੇਸ਼ਨ, ਉਹ ਇੰਦਰਾ ਗਾਂਧੀ ਦੇ ਟਾਈਮ 'ਚ ਹੋਈ ਸੀਗੀ, ਜਦੋਂ ਸਾਡੀਆਂ ਜਿਹੜੀਆਂ ਡਿਫੰਕਟ ਟੈਂਕਸ ਨੇ ਅਮਰੀਕਨ ਤੇ ਦੂਸਰੀਆਂ ਟੈਂਕਸ ਨੂੰ ਕੱਢ ਕੇ ਤੇ ਰਸ਼ੀਅਨ ਇਕਵਿਪਮੈਂਟ ਸਾਡੇ ਕੋਲ ਬਹੁਤ ਵੱਡੀ ਤਾਦਾਦ 'ਚ ਆਈ, T-55, T-72, ਤੇ ਰਸ਼ੀਅਨ ਇਕਵਿਪਮੈਂਟ ਦੇ we got howitzers also, we got artillery also, we got this thing also. That was in the time of ਸ਼੍ਰੀਮਤੀ ਇੰਦਰਾ ਗਾਂਧੀ। ਫਿਰ ਉਹਦੇ ਬਾਅਦ ਉਹਨੂੰ ਵਧਾਉਂਦੇ ਅਸੀਂ ਰਸ਼ੀਅਨ ਇਕਵਿਪਮੈਂਟ ਦੇ ਨਾਲ ਚੱਲਦੇ ਰਹੇ। ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਸਰਦਾਰ ਮਨਮੋਹਨ ਸਿੰਘ ਜੀ ਦੀ ਟਾਈਮ 'ਚ ਕਨਵੈਨਸ਼ਨਲ ਜਿਹੜੀ ਸਾਡੀ ਸਟਰੈਂਥ ਸੀਗੀ, ਜਦੋਂ AK ਐਂਟਨੀ ਵਾਸ ਦੀ ਡਿਫੈਂਸ ਮਿਨਿਸਟਰ, ਉਦੋਂ ਥੋੜ੍ਹੀ ਜਿਹੀ ਪਿੱਛੇ ਹੋ ਗਿਆ ਸੀਗਾ ਕੰਮ। ਜੋ ਸਾਡੀ ਜਿਹੜੇ ਸਪੇਸ ਦੇ ਵਿੱਚ ਮਾਡਰਨਾਈਜੇਸ਼ਨ ਚੱਲਣੀ ਚਾਹੀਦੀ ਹੈ, ਉਹ ਸਪੇਸ ਦੇ ਉੱਤੇ ਮਾਡਰਨਾਈਜੇਸ਼ਨ ਚੱਲ ਨਹੀਂ ਸੀ ਰਹੀ, ਵਾਟ ਐਵਰ ਵਾਸ ਦ ਰੀਜ਼ਨ, ਪੈਸਾ ਸੀ ਜਾਂ ਬੇਸਿਕਲੀ ਉਹਦੇ ਵਿੱਚ ਇੱਕ ਹੋਰ ਵੀ ਗੱਲ ਸੀਗੀ ਕਿ ਡਿਫੈਂਸ ਮਿਨਿਸਟਰ AK ਐਂਟਨੀ ਵਾਸ ਵੈਰੀ ਕਲੀਨ ਮੈਨ। ਉਹ ਕੋਈ ਵੀ ਅਗਰ ਕਿਸੇ ਵੀ ਗੱਲ ਦੇ ਵਿੱਚ ਕੋਈ ਥੋੜ੍ਹਾ ਬਹੁਤਾ ਵੀ ਗੜਬੜ ਹੋ ਜਾਂਦੀ ਸੀ ਕੰਟਰੈਕਟ ਦੇ ਵਿੱਚ, ਉਹ ਕੰਟਰੈਕਟ ਹੀ ਕੈਂਸਲ ਕਰ ਦਿੰਦੇ ਸੀਗੇ, ਤੇ ਇੱਕ ਕੰਟਰੈਕਟ ਨੂੰ ਕਰਨ ਵਾਸਤੇ 10-10 ਸਾਲ ਲੱਗ ਜਾਂਦੇ ਨੇ। ਐਨੀਵੇ, ਵੀ ਵਿਲ ਨਾਟ ਗੋ ਇਨਟੂ ਦੈਟ। ਜਦੋਂ ਦੀ BJP ਗਵਰਨਮੈਂਟ ਆਈ ਹੈ, BJP ਨੇ ਜਿਹੜੇ ਤਰੀਕੇ ਨਾਲ ਡਿਫੈਂਸ ਨੂੰ ਇੱਕ ਬੂਸਟ ਦੇਣਾ ਹੈ ਉਹ ਕਰ ਰਹੀ ਹੈ। BJP ਬੂਸਟ 4-5 ਏਰੀਆਜ਼ 'ਚ ਹੁੰਦਾ ਹੈ। ਇੱਕ ਹੁੰਦਾ ਹੈ ਇਨਫਰਾਸਟ੍ਰਕਚਰ ਡਿਵੈਲਪਮੈਂਟ। ਸਾਰੇ ਤੁਹਾਡੇ ਬਾਰਡਰ ਏਰੀਆਜ਼ ਜਿਹੜੇ ਨੇ, ਐਸਪੈਸ਼ਲੀ ਲੇਹ ਲਦਾਖ ਦੇ ਵਿੱਚ ਤੇ ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਦੇ ਬਾਰਡਰਸ ਦੇ ਵਿੱਚ, ਉਹ ਬਹੁਤ ਤੇਜ਼ ਡਿਵੈਲਪ ਹੋ ਰਹੇ ਨੇ। ਦੂਸਰਾ ਹੁੰਦਾ ਇਕਵਿਪਮੈਂਟ ਪ੍ਰੋਫਾਈਲ। ਮੈਕਸਿਮਮ ਇਕਵਿਪਮੈਂਟ ਐਸਪੈਸ਼ਲੀ ਦੈਟ ਆਫ ਦੀ ਨੇਵੀ ਐਂਡ ਕੀ 에ਅਰ ਫੋਰਸ, ਉਹਦੇ ਵਿੱਚ ਬਹੁਤ ਜ਼ਿਆਦਾ ਵਡੌਤੀ ਹੋਈ ਹੈ। ਇੰਡੀਜਨਾਈਜੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ। ਸਾਡੀਆਂ ਜਿਹੜੀਆਂ ਆਰਟਿਲਰੀ ਗਨਸ ਨੇ ਉਹ ਬੋਫਰ ਦੇ ਮਾਡਲ ਤੇ ਪਹਿਲੇ ਬਣਨੀਆਂ ਸੀਗੀਆਂ, ਹੁਣ ਬਣ ਰਹੀਆਂ ਨੇ। ਤੇ ਮੇਕ ਇਨ ਇੰਡੀਆ ਫॉर ਡਿਫੈਂਸ ਸੈਕਟਰ ਦੇ ਉੱਤੇ ਬਹੁਤ ਜ਼ਿਆਦਾ ਵੱਡੀ ਬੂਸਟ ਹੈ। ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ BJP ਨੇ ਮਾਡਰਨਾਈਜੇਸ਼ਨ ਦਾ ਪਲਾਨ ਸ਼ੁਰੂ ਕੀਤਾ ਹੈ, ਇਹਦਾ ਇਹ ਮਤਲਬ ਨਹੀਂ ਕਿ ਅਸੀਂ ਬਿਲਕੁਲ ਠੀਕ ਹੋ ਗਏ ਹਾਂ। ਅਗਰ ਇਸੇ ਪੇਸ ਦੇ ਉੱਤੇ ਚੱਲਦਾ ਰਿਹਾ ਤੇ ਇਟ ਵਿਲ ਟੇਕ ਅਨਦਰ 10 years ਮਿਨੀਮਮ ਫॉर ਅਸ ਟੂ ਕਮ ਉਸ ਸਟੈਂਡਰਡ ਦੇ ਉੱਤੇ ਪਹੁੰਚਣ ਵਾਸਤੇ ਜਿਹੜਾ ਕਿ ਸਾਨੂੰ ਸਟੈਂਡਰਡ ਚਾਹੀਦਾ ਹੈ ਐਜ਼ ਅ ਮਾਡਰਨ ਪਾਵਰਫੁਲ ਆਰਮੀ। ਠੀਕ ਹੈ, ਰੱਖਿਆ ਬਜਟ ਦਾ ਮੈਂ ਸਵਾਲ ਕੀਤਾ ਸੀਗਾ। ਰੱਖਿਆ ਬਜਟ ਵਿੱਚ ਕਟੌਤੀ ਕੀਤੀ ਗਈ ਹੈ ਜਾਂ ਵਾਧਾ ਕੀਤਾ ਗਿਆ? ਮੇਰੇ ਕੋਲੇ ਅੰਕੜੇ ਪਏ ਆ, ਪਰ ਮੈਂ ਤੁਹਾਡੇ ਮੂੰਹ ਸੁਣਨਾ ਚਾਹੁੰਦਾ। ਰੱਖਿਆ ਡਿਫੈਂਸ ਬਜਟ ਜਿਹੜੀ ਹੈ ਨਾ, ਉਹ ਹਮੇਸ਼ਾ 2.4-2.6% ਉਹਦੀ GDP ਦੇ ਵਿੱਚ ਰਹੀ ਹੈ। ਉਹਦੇ ਨਾਲ ਕੀ ਹੈ, ਰੀਅਲ ਟਰਮਸ ਦੇ ਵਿੱਚ ਇਦਾਂ ਹੁੰਦਾ ਹੈ ਕਿ GDP ਜਦੋਂ ਵੱਧ ਜਾਂਦੀ ਹੈ ਤੇ ਇਦਾਂ ਲੱਗਦਾ ਜੀ ਇਹ 3 ਲੱਖ ਕਰੋੜ ਹੋ ਗਿਆ, 5 ਲੱਖ ਕਰੋੜ ਹੋ ਗਿਆ, 10 ਲੱਖ ਕਰੋੜ ਹੋ ਗਿਆ, ਪਹਿਲੇ 4 ਲੱਖ ਕਰੋੜ ਸੀਗਾ। ਪਰ ਇੰਡੀਆ ਦੀ ਪਾਲਿਸੀ ਰਹੀ ਹੈ ਦੈਟ ਇਟ ਡਜ਼ ਨਾਟ ਗੋ ਬਿਯੋਂਡ 3% ਆਫ ਦ GDP ਐਜ਼ ਫਾਰ ਐਜ਼ ਡਿਫੈਂਸ ਬਜਟ ਇਜ਼ ਕੰਸਰਨਡ। ਮੇਰੇ ਹਿਸਾਬ ਦੇ ਨਾਲ ਉਹਨਾਂ ਕਾਫੀ ਹੈ ਫॉर द टाइम बीइंग
ਕਿਉਂਕਿ ਜਿਹੜੇ ਇਹ ਗ੍ਰੈਜੂਅਲ ਤਰੀਕੇ ਦੇ ਨਾਲ ਆਪਣੇ ਡਿਫੈਂਸ ਰਿਸੋਰਸਿਸ ਨੂੰ ਅੱਗੇ ਲੈ ਕੇ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਤੇ ਅਸੀਂ ਪਾਕਿਸਤਾਨ ਦੇ ਵਾਂਗੂ ਹੀ ਨਾ ਹੋ ਜਾਈਏ ਕਿ ਬਾਕੀ ਸਾਰਾ ਕੁਝ ਢੱਠਣਾ ਸ਼ੁਰੂ ਹੋ ਜਾਏ ਤੇ ਡਿਫੈਂਸ ਵੱਧ ਜਾਏ। ਮੈਂ ਹੀ ਸਵਾਲ ਕਰਨਾ ਚਾਹੁੰਦਾ ਸੀ ਕਰਨਾ ਚਾਹ ਬਸ, ਤੁਸੀਂ ਗਲੋਬਲੀ ਸਾਰਾ ਇਹ ਡਿਫੈਂਸ ਸਿਸਟਮ ਨੂੰ ਦੇਖਦੇ ਹੋ, ਡਿਫੈਂਸ ਜਿਹੜੀ ਪੋਲਿਟਿਕਸ ਹੁੰਦੀ ਹੈ ਤੁਸੀਂ ਉਹਨੂੰ ਵੀ ਚੰਗੀ ਤਰ੍ਹਾਂ ਦੇਖਦੇ ਹੋ, ਜਿਹੜੇ ਹਥਿਆਰਾਂ ਦਾ ਆਦਾਨ ਪ੍ਰਦਾਨ ਆ ਜਿਹੜਾ ਉਹ ਵੀ ਤੁਹਾਨੂੰ ਸਾਰਾ ਪਤਾ, ਉਹ ਕਿਸੇ ਤੋਂ ਲੁਕਿਆ ਹੋਇਆ ਏਜੰਡਾ ਨਹੀਂ ਹੈਗਾ ਉਹ। ਮੇਰਾ ਸਵਾਲ ਹੈ ਕਰਨਾ ਜੈਬਲ ਸਿੰਘ, ਜਿੰਨਾ ਪੈਸਾ ਅਸੀਂ ਮਿਲਟਰੀ ਤੇ ਖਰਚਦੇ ਪਏ ਆ, ਡਿਫੈਂਸ ਤੇ ਖਰਚਦੇ ਪਏ ਆ, ਜੇ ਅਸੀਂ ਆਮ ਬੰਦੇ ਨੂੰ ਉੱਚਾ ਚੁੱਕਣ ਵਾਸਤੇ ਉਹਨਾਂ ਪੈਸਾ ਖਰਚਦੇ ਹੁੰਦੇ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਅਸੀਂ ਬਹੁਤ ਅੱਗੇ ਵਧੇ ਹੁੰਦੇ ਸਾਰੇ ਪੂਰੀ ਦੁਨੀਆ ਦੀ ਗੱਲ ਕਰ ਰਿਹਾ ਮੈਂ। ਦੇਖੋ ਪੂਰੀ ਦੁਨੀਆ ਦੇ ਵਿੱਚ ਤੇ ਦੋ ਕਿਸਮ ਦੇ ਲੋਕ ਨੇ, ਇੱਕ ਨੇ ਜਿਹੜੇ ਐਕਸਪਲੋਇਟ ਕਰ ਰਹੇ ਨੇ, ਇੱਕ ਜਿਹੜੇ ਐਕਸਪਲੋਇਟ ਹੋ ਰਹੇ ਨੇ। ਜਿਹੜੇ ਐਕਸਪਲੋਇਟ ਕਰ ਰਹੇ ਨੇ ਉਹ ਐਸੇ ਸਿਚੁਏਸ਼ਨ ਕ੍ਰੀਏਟ ਕਰ ਦਿੰਦੇ ਨੇ ਜਿਹਦੇ ਵਿੱਚ ਵਾਰ ਬਿਕਮਸ ਅ ਨੈਚੁਰਲ ਕਨਸੀਕੁਐਂਸ ਆਫ ਦੀ ਪੋਲੀਟੀਕਲ ਸਿਚੁਏਸ਼ਨ। ਇਹ ਜਿਹੜੀ ਗੱਲ ਹੈ ਇਹ ਬਹੁਤ ਸਾਰੀ ਨੇਸ਼ਨਸ ਦੇ ਵਿੱਚ ਹੋ ਰਹੀ ਹੈ। ਅਨਰੈਸਟ ਇਜ਼ ਕ੍ਰੀਏਟਡ ਬਾਈ ਦ ਡਿਫੈਂਸ ਲੌਬੀ, ਪਰ ਅਸੀਂ ਉਸ ਚੀਜ਼ ਦੇ ਵਿੱਚ ਨਹੀਂ ਪਏ ਹੋਏ ਹਾਂ। ਦੇਖੋ ਅਸੀਂ ਸ਼ੁਰੂ ਤੋਂ ਹੀ ਇਹ ਕੀਤਾ ਹੈ ਕਿ ਅਸੀਂ ਨਾਨ ਅਲਾਈਨਡ ਰਵਾਂਗੇ, ਅਸੀਂ ਪੀਸਫੁਲ ਰਵਾਂਗੇ। ਸਾਡੇ ਵਾਸਤੇ ਬੜੀ ਵੱਡੀ ਮਿਸਫੋਰਚੂਨ ਹੈ ਕਿ ਸਾਡੇ ਦੋ ਨੇਬਰ ਜਿਹੜੇ ਨੇ ਉਹ ਸਾਡੇ ਨਾਲ ਬਿਲੀਜਰੈਂਟ ਨੇ। ਅਸੀਂ ਤੇ ਕਦੀ ਨਹੀਂ ਸੀ ਚਾਹਿਆ ਕਿ ਅਸੀਂ ਆਪਣੇ ਨੇਬਰਸ ਦੇ ਨਾਲ ਕੋਈ ਗੜਬੜ ਕਰੀਏ। ਅਸੀਂ ਪਾਕਿਸਤਾਨ ਦੇ ਨਾਲ ਕੋਈ ਨਹੀਂ ਕੀਤੀ, ਚਾਈਨਾ ਨਾਲ ਕੋਈ ਕੀਤੀ, ਉਹ ਸਾਡੇ ਉੱਤੇ ਬਿਲੀਜਰੈਂਟ ਨੇ, ਜਿਹਦੇ ਕਾਰਨ ਸਾਨੂੰ ਵੀ ਆਪਣੇ ਡਿਫੈਂਸ ਨੂੰ ਇੱਕ ਪਲੇਟਫਾਰਮ ਤੇ ਰੱਖਣਾ ਪੈਂਦਾ। ਉਦੋਂ ਘੱਟ ਅਸੀਂ ਉਹਨੂੰ ਕਰ ਨਹੀਂ ਸਕਦੇ। ਮੈਂ ਇੱਕ ਸਵਾਲ ਕਰ ਲਾਂ, ਅਸੀਂ ਐਕਸਪਲੋਇਟ ਹੋ ਰਹੇ ਹਾਂ? ਅਸੀਂ ਟੂ ਐਨ ਐਕਸਟੈਂਟ ਹੋ ਰਹੇ ਹਾਂ ਐਕਸਪਲੋਇਟ, ਕਾਫੀ ਦੇਰ ਤੱਕ ਹੁੰਦੇ ਵੀ ਰਹੇ ਹਾਂ ਜਦੋਂ ਤੱਕ ਪਾਕਿਸਤਾਨ ਨੂੰ ਕਈ ਤਾਕਤਾਂ ਹੈਲਪ ਕਰਦੀਆਂ ਸੀਗੀਆਂ। ਹੁਣ ਇਸ ਵੇਲੇ ਵੀ ਇੱਕ ਬਹੁਤ ਵੱਡੀ ਤਾਕਤ ਜਿਹੜੀ ਹੈ ਉਹ ਪਾਕਿਸਤਾਨ ਨੂੰ ਹੈਲਪ ਕਰ ਰਹੀ ਹੈ, ਉਹਨੂੰ ਸਾਡੇ ਖਿਲਾਫ ਖੜਾ ਕਰ ਰਹੀ ਹੈ। ਪਹਿਲੇ ਦੂਸਰੀ ਸੀਗੀ, ਪਹਿਲੇ USA ਸੀ, ਹੁਣ ਚਾਈਨਾ ਹੈ। ਉਹਨੂੰ ਸਾਡੇ ਖਿਲਾਫ ਖੜਾ ਕਰਦੇ ਨੇ। ਉੱਥੋਂ ਦੇ ਜਿਹੜੇ ਜਨਰਲਸ ਨੇ ਉਹ ਆਪਣੀ ਪਬਲਿਕ ਦੇ ਉੱਤੇ ਕੰਟਰੋਲ ਕਰਨਾ ਚਾਹੁੰਦੇ ਨੇ, ਇਸ ਵਾਸਤੇ ਉਹ US ਤੇ ਚਾਈਨਾ ਦੀ ਐਕਸਪਲੋਇਟੇਸ਼ਨ ਨੂੰ ਐਕਸੈਪਟ ਕਰ ਲੈਂਦੇ ਨੇ। ਸੋ ਯੈਸ, ਇਹ ਜਿਹੜੀ ਪਾਵਰ ਗੇਮ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਵੀ ਆਰ ਆਲਸੋ ਵਿਕਟਿਮ ਆਫ ਦਿਸ ਪਾਵਰ ਗੇਮ। ਪਰ ਅਸੀਂ ਇੱਕ ਬੜਾ ਵੱਡਾ ਨੇਸ਼ਨ ਆ, ਅਸੀਂ ਸਭ ਕੁਝ ਸਮਝਦੇ ਹਾਂ, ਸਾਡੀ ਡਿਪਲੋਮੇਸੀ ਬਹੁਤ ਚੰਗੀ ਹੈ ਤੇ ਅਸੀਂ ਉਸ ਚੀਜ਼ ਨੂੰ ਪਰਫੈਕਟਲੀ ਮੈਨੇਜ ਕਰ ਰਹੇ ਹਾਂ। ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਕਰਨਲ ਜੈਬਲ ਸਿੰਘ ਤੋਂ ਮੈਨੂੰ ਉਮੀਦ ਹੈ ਕਿ ਇਹ ਉਹ ਗੱਲਾਂ ਦੱਸਣਗੇ ਜਿਹੜੀਆਂ ਡਿਫੈਂਸ ਸਿਸਟਮ ਨਾਲ ਜੁੜੀਆਂ ਹੋਈਆਂ, ਜਿੰਨੀਆਂ ਤੁਹਾਨੂੰ ਦੱਸੀਆਂ ਜਾ ਸਕਦੀਆਂ, ਜਿੰਨੀਆਂ ਅਸੀਂ ਪੁੱਛ ਸਕਦੇ ਹਾਂ। ਅਸੀਂ ਵੀ ਦਾਇਰੇ ਵਿੱਚ ਰਹਿ ਕੇ ਪੁੱਛਾਂਗੇ ਕਿਉਂਕਿ ਇਹ ਜਿਹੜਾ ਸਾਡਾ ਸਿਕਿਉਰਿਟੀ ਸਿਸਟਮ ਹੈਗਾ ਇਸ ਦੇ ਬਾਰੇ ਉਨੀ ਹੀ ਜਾਣਕਾਰੀ ਲਈ ਜਾ ਸਕਦੀ ਹੈ ਜਿੰਨੀ ਜ਼ਰੂਰਤ ਹੈ। ਪਰ ਜਿੰਨੀ ਜ਼ਰੂਰਤ ਹੈ, ਜੇ ਜ਼ਰੂਰਤ ਦੇ ਵਿੱਚ ਰਾਜਨੀਤੀ ਆਉਂਦੀ ਹੈ ਤਾਂ ਉਸ ਰਾਜਨੀਤੀ ਦੇ ਸਵਾਲ ਹੋਣਗੇ ਜ਼ਰੂਰ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਕਰਨਲ ਜੈਬਲ ਸਿੰਘ ਸਾਡੇ ਨਾਲ ਨੇ। ਕਰਨਲ ਸਾਹਿਬ, ਮੈਂ ਇੱਕ ਚੀਜ਼ ਜ਼ਰੂਰ ਸਮਝਣਾ ਚਾਹੁੰਦਾ ਤੁਹਾਡੇ ਤੋਂ, ਜਿਹੜੇ ਨਾਟੋ ਕੰਟਰੀਜ਼ ਹੈ, ਹਾਲਾਂਕਿ ਉਹਨਾਂ ਦੀ ਸ਼ਕਤੀ ਵੱਧਦੀ ਪਈ ਹੈ ਪਰ ਉਹ ਸ਼ਕਤੀ ਦੇ ਵਿਚਾਲੇ ਵੀ ਵਖਰੇਵਾਂ ਹੈਗਾ ਕਿਉਂਕਿ ਅਲੱਗ-ਅਲੱਗ ਕੰਟਰੀਜ਼ ਦੇ ਅਲੱਗ-ਅਲੱਗ ਮੂੰਹ ਹੋਏ ਪਏ ਆ। ਜਦੋਂ ਅਸੀਂ ਉਹਨਾਂ ਕੰਟਰੀਜ਼ ਨੂੰ ਦੇਖਦੇ ਹਾਂ, ਨਾਟੋ ਕੰਟਰੀਜ਼ ਨੂੰ, ਜਦੋਂ ਅਸੀਂ ਆਪਣੇ ਕੰਟਰੀ ਨੂੰ ਦੇਖਦੇ ਹਾਂ, ਅਸੀਂ ਸੁਪਰ ਪਾਵਰ ਦੀ ਗੱਲ ਕਰਦੇ ਹਾਂ ਹਮੇਸ਼ਾ। ਸੁਪਰ ਪਾਵਰ ਤਾਂ ਹੀ ਹੋਵਾਂਗੇ ਜੇ ਸਾਡੀ ਇਕਨੋਮੀ ਸਟਰੋਂਗ ਹੋਊਗੀ, ਸਾਡਾ ਡਿਫੈਂਸ ਸਟਰੋਂਗ ਹੋਊਗਾ। ਤਾਂ ਲੱਗਦਾ ਕਿ ਅਸੀਂ ਉਸ ਰੇਸ ਵਿੱਚ ਹੈਗੇ ਹਾਂ? ਅਸੀਂ ਉਸ ਰੇਸ 'ਚ ਬਹੁਤ ਸਟਰੋਂਗਲੀ ਹੈਗੇ ਹਾਂ। ਪਰ ਇੱਕ ਗੱਲ ਸਮਝ ਲਓ ਕਿ ਸਾਡੀ ਜਿਹੜੀ ਮਾਨਸਿਕਤਾ ਹੈਗੀ ਹੈ, ਜਿਹੜੀ ਸਾਡੀ ਆਈਡੀਓਲੋਜੀ ਹੈ, ਉਹ ਇੱਕ ਸੁਪਰ ਪਾਵਰ ਬਣਨ ਦੀ ਨਹੀਂ ਹੈ। ਸਾਡੀ ਹੈਗੀ ਹੈ ਯੂਨੀਵਰਸਲ ਗੁੱਡਵਿਲ। ਤੋ ਉਸ ਹਿਸਾਬ ਦੇ ਨਾਲ ਜਿਹੜੀ ਸਾਡੀ ਪਾਲਿਸੀ ਹੈ, ਉਸ ਹਿਸਾਬ ਦੇ ਨਾਲ ਸਾਡੀ ਜਿਹੜੀ ਡਿਪਲੋਮੇਸੀ ਹੋਣੀ ਚਾਹੀਦੀ ਹੈ ਤੇ ਜਿਹੜੀ ਸਾਡੀ ਗਵਰਨਮੈਂਟ ਦੀ ਇਸ ਵੇਲੇ ਪ੍ਰੈਜ਼ੈਂਟ ਗਵਰਨਮੈਂਟ ਦੀ ਪਾਲਿਸੀ ਹੈ ਉਹ ਉਸ ਪਾਸੇ ਲੱਗੀ ਹੋਈ ਹੈ। ਵੈਰ ਐਜ਼ ਐਕਸਪਲੋਇਟੇਟਿਵ ਟੈਂਡੈਂਸੀਜ਼ ਜਿਹੜੀਆਂ ਨੇ, ਤੁਸੀਂ ਦੇਖੋ ਜਿਹੜੇ ਨੇਸ਼ਨਸ ਦੇ ਕੋਲ ਜ਼ਿਆਦਾ ਪਾਵਰ ਆ ਗਈ ਹੈ ਉਹਨਾਂ ਨੇ ਐਕਸਪਲੋਇਟੇਟਿਵ ਟੈਂਡੈਂਸੀਜ਼ ਪੈਦਾ ਕਰ ਲਈਆਂ ਨੇ। ਵੀ ਆਰ ਆਲਸੋ ਵੈਰੀ ਪਾਵਰਫੁਲ, ਵੀ ਆਰ ਦ 4th ਲਾਰਜੈਸਟ ਆਰਮੀ ਇਨ ਦ ਵਰਲਡ। ਪਰ ਅਸੀਂ ਉਹ ਐਕਸਪਲੋਇਟੇਟਿਵ ਟੈਂਡੈਂਸੀਜ਼ ਨਹੀਂ ਪੈਦਾ ਕੀਤੀਆਂ, ਆਪਣੇ ਨੇਬਰਹੁੱਡ ਦੇ ਵਿੱਚ ਵੀ ਨਹੀਂ ਕੀਤੀਆਂ। ਅਸੀਂ ਸ੍ਰੀਲੰਕਾ ਨੂੰ ਨਹੀਂ ਤੰਗ ਕਰਦੇ, ਅਸੀਂ ਮਿਆਂਮਾਰ ਨੂੰ ਨਹੀਂ ਤੰਗ ਕਰਦੇ, ਅਸੀਂ ਬੰਗਲਾਦੇਸ਼ ਨੂੰ ਨਹੀਂ ਤੰਗ ਕਰਦੇ, ਅਸੀਂ ਕਿਸੇ ਨੂੰ ਤੰਗ ਨਹੀਂ ਕਰਦੇ। ਅਸੀਂ ਉਹਨਾਂ ਦੀ ਸਭ ਦੀ ਅਸਿਸਟੈਂਸ ਕਰਦੇ ਹਾਂ। ਨਹੀਂ ਤਾਂ ਜਿਹੜੇ ਤਰੀਕੇ ਦੀ ਅਸੀਂ ਪਾਵਰ ਹੈਗੇ ਆ, ਅਸੀਂ ਵੀ ਐਕਸਪਲੋਇਟ ਕਰ ਸਕਦੇ ਸੀਗੇ। We could have exploited up to Indochina, we could have exploited up to Maldives, but we are not doing it. ਕਰਨਲ ਸਾਹਿਬ, ਤੁਸੀਂ ਕਹਿ ਰਹੇ ਹੋ ਵੀ ਅਸੀਂ ਸੌਫਟ ਸਟੇਟ ਹੈ? ਸੌਫਟ ਸਟੇਟ ਨਹੀਂ ਹੈ। ਅਸੀਂ ਰਾਈਟੀਅਸ ਹਾਂ, ਅਸੀਂ ਜਸਟੀਫਾਈਡ ਹਾਂ। ਅਸੀਂ ਦੂਸਰਿਆਂ ਨੂੰ ਵੀ ਕਹਿੰਦੇ ਹਾਂ ਕਿ ਤੁਸੀਂ ਵੀ ਅੱਗੇ ਵਧੋ, ਅਸੀਂ ਵੀ ਵਧੀਏ। ਅਸੀਂ ਤੁਹਾਡਾ ਨਹੀਂ ਖਾਣਾ, ਤੁਸੀਂ ਸਾਡਾ ਨਾ ਖਾਓ। ਅਸੀਂ ਮਾਨਵਤਾ ਨੂੰ ਲੈ ਕੇ ਅੱਗੇ ਵਧਾਂਗੇ। ਅਸੀਂ ਕਿਸੇ ਦੇ ਕੋਲੋਂ ਚੀਜ਼ ਲੈ ਕੇ ਤੇ ਅੱਗੇ ਵਧਣ ਵਾਸਤੇ ਸਾਡੀ ਕਦੀ ਵੀ ਪਾਲਿਸੀ ਨਹੀਂ ਰਹੀ ਹੈ, ਨਾ ਕਾਂਗਰਸ ਦੀ ਨਹੀਂ ਰਹੀ ਹੈ, ਨਾ BJP ਦੀ ਰਹੀ ਹੈ ਕਿ ਅਸੀਂ ਕਿਤੋਂ ਦੀ ਹੜੱਪ ਕਰਕੇ ਕੁਝ ਖਾ ਲਈ। ਪਰ ਕਾਂਗਰਸ ਤਾਂ ਇਹ ਸਵਾਲ ਕਰਦੀ ਪਈ ਹੈ ਕਿ ਜਿਹੜੀ ਚਾਈਨਾ ਦੀ ਵਿਸਥਾਰਵਾਦੀ ਨੀਤੀ ਹੈ ਉਹਦੇ ਵਿਚਾਲੇ BJP ਨੇ ਹੈ ਜਿਹੜੇ ਸਾਡੇ ਪਿੰਡ ਹੈ, ਜਿਹੜੇ ਸਾਡੇ ਸਰਹੱਦੀ ਖੇਤਰ ਹੈ, ਉਹ ਬਚਾ ਨਹੀਂ ਸਕੇ। ਅਸੀਂ ਉਹ ਪੋਲਿਟਿਕਸ ਹੈ ਜੀ। ਦੇਖੋ ਉਹ ਫਿਰ ਇੱਕ ਬਹੁਤ ਲੰਬੀ ਡਿਸਕਸ਼ਨ ਹੋ ਜਾਏਗੀ
ਕਿ ਦਿਪਸਾਂਗ ਦੇ ਵਿੱਚ ਕੀ ਹੋਇਆ, ਗਲਵਾਨ ਦੇ ਵਿੱਚ ਕੀ ਹੋਇਆ, ਬਾਕੀ ਜਗ੍ਹਾ ਦੇ ਵਿੱਚ ਚੁਸ਼ੂਲ ਦੇ ਏਰੀਆ ਦੇ ਵਿੱਚ ਕੀ ਹੋ ਰਿਹਾ, ਕਦੋਂ ਕਿੱਥੇ ਆਏ, ਕਿਹੜੇ ਪਾਸੇ ਗਏ ਹੈ। ਦੈਟ ਇਜ਼ ਅ ਵੈਰੀ 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 ਲੌਂਗ ਡਿਸਕਸ਼ਨ। ਮੇਰੀ ਡਿਫੈਂਸ ਇਨਫੋ ਜਿਹੜੀ ਮੇਰੀ ਹੈਗੀ ਹੈ defenseinfo.com ਵੈਬਸਾਈਟ ਚਲਾਉਣਾ ਮੈਂ, ਉਹਦੇ ਵਿੱਚ ਚਾਈਨਾ ਦੇ ਉੱਤੇ ਹੰਡਰਡਸ ਆਫ ਆਰਟੀਕਲਸ ਹੈਗੇ ਨੇ, ਉਹ ਪੜ੍ਹ ਕੇ ਉਹਦੇ ਬਾਰੇ ਪਤਾ ਲੱਗ ਜਾਂਦਾ। ਮੈਨੂੰ ਛੋਟੀ ਜਾਣਕਾਰੀ ਦੇ ਦਿਓ, ਮੈਨੂੰ ਛੋਟੀ ਜਾਣਕਾਰੀ ਦੇ ਦਿਓ। P5 P12 ਅਸੀਂ ਉੱਥੇ ਜਿਹੜੇ ਰੋਜ਼ਾਨਾ ਜਿਵੇਂ ਗਸ਼ਤ ਹੁੰਦੀ ਸੀ ਪਹਿਲਾਂ, ਅਸੀਂ ਉਸ ਤਰੀਕੇ ਨਾਲ ਗਸ਼ਤ ਕਰ ਪਾ ਰਹੇ ਹਾਂ ਜਾਂ ਨਹੀਂ ਸਰ? ਬਿਲਕੁਲ ਬਿਲਕੁਲ, ਜਿੱਦਾਂ ਪਹਿਲਾਂ ਸੀਗਾ, ਜੋ ਟੈਨਸ਼ਨਸ ਪਹਿਲੇ ਸੀਗੀਆਂ ਇਹ ਆਨਗੋਇੰਗ ਟੈਨਸ਼ਨਸ ਨੇ, ਇਹ ਕਦੀ ਖਤਮ ਨਹੀਂ ਹੁੰਦੀਆਂ ਤੇ ਇਹ ਰਹਿਣਗੀਆਂ ਜਦੋਂ ਤੱਕ ਲਾਈਨ ਆਫ ਐਕਚੁਅਲ ਕੰਟਰੋਲ ਹੈਗੀ ਹੈ, ਜਿਹਦੀ ਪਰਸੈਪਸ਼ਨਸ ਦੂਸਰਿਆਂ ਦੇ ਨਾਲ ਅਲੱਗ ਨੇ, ਉਦੋਂ ਤੱਕ ਇਹ ਟੈਨਸ਼ਨਸ ਰਹਿਣਗੀਆਂ। ਪਰ ਜਿਹੜਾ ਮਿਲਟਰੀ ਬਿਲਡਅਪ ਹੈਗਾ ਉੱਥੇ ਇਸ ਵੇਲੇ ਬਹੁਤ ਸਟਰੋਂਗ ਮਿਲਟਰੀ ਬਿਲਡਅਪ ਹੈਗਾ। ਤੁਸੀਂ ਔਨ ਰਿਕਾਰਡ ਇਹ ਗੱਲ ਕਹਿ ਸਕਦੇ ਹੋ ਕਿ ਚਾਈਨਾ ਨੇ 2014 ਤੋਂ ਬਾਅਦ ਸਾਡੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ? ਜ਼ਮੀਨ ਦੀ ਪਰਸੈਪਸ਼ਨ ਹੀ ਅਲੱਗ ਹੈ KP ਸਿੰਘ ਜੀ, ਦੈਟ ਇਜ਼ ਦ ਪੁਆਇੰਟ ਨਾ। ਇਟ ਇਜ਼ ਅ ਲਾਈਨ ਆਫ ਐਕਚੁਅਲ ਕੰਟਰੋਲ। ਉਹਦੀ ਜਿਹੜੀ ਉੱਥੇ ਜਿਹੜੇ ਬਾਰਡਰਸ ਹੈਗੇ ਨੇ, ਮੈਂ ਸਵਾਲ ਸਿੱਧਾ ਕਰ ਦਿੰਦਾ ਸਰ, ਮੈਂ ਸਵਾਲ ਸਿੱਧਾ ਕਰ ਦਿੰਦਾ। ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਦੀ ਤੁਸੀਂ ਗੱਲ ਕਰ ਰਹੇ ਹੋ, ਜਿੰਨਾ ਕੰਟਰੋਲ 2014 ਤੋਂ ਪਹਿਲਾਂ ਸੀ ਭਾਰਤ ਦਾ, ਉਹਨਾਂ ਕੰਟਰੋਲ ਅੱਜ ਹੈ ਜਾਂ ਨਹੀਂ ਸਰ? ਬਿਲਕੁਲ ਹੈ ਜੀ, ਬਿਲਕੁਲ ਹੈ। ਔਨ ਰਿਕਾਰਡ ਤੁਸੀਂ ਇਹ ਗੱਲ ਕਰ? ਹਾਂ ਬਿਲਕੁਲ ਹੈ, ਕੋਈ ਉਹਦੇ 'ਚ ਕੋਈ ਇਸ਼ੂ ਨਹੀਂ ਹੈ। ਇਨਫੈਕਟ ਸਾਡੀਆਂ ਪੋਜੀਸ਼ਨਸ ਜਿਹੜੀਆਂ ਨੇ ਉਹ ਪਹਿਲੇ ਕੋਲੋਂ ਜ਼ਿਆਦਾ ਸਟਰੋਂਗ ਨੇ। ਚਲੋ, ਤੁਸੀਂ ਪਾਕਿਸਤਾਨ ਦਾ ਵੀ ਜ਼ਿਕਰ ਕਰਦੇ ਪਏ ਸੀ ਕਿ ਤੁਸੀਂ ਕਹਿ ਰਹੇ ਹੋ ਰੂਸ ਚਾਈਨਾ ਜਿਹੜੀਆਂ ਸ਼ਕਤੀਆਂ, ਹੁਣ ਰੂਸ ਦਾ ਤੇਲ ਹੈ ਜਿਹੜਾ ਉਹ ਵੀ ਪਾਕਿਸਤਾਨ 'ਚ ਪਹੁੰਚਿਆ। ਮੇਰਾ ਸਵਾਲ ਹੈ, ਪਾਕਿਸਤਾਨ ਜਿਸ ਤਰੀਕੇ ਹਾਲਾਤ ਹੈਗੇ ਆ, ਪਾਕਿਸਤਾਨ ਨੂੰ ਲੈ ਕੇ ਤੁਹਾਡੀ ਪਾਲਿਸੀ ਕੁਝ ਹੋਰ ਹੈ, ਚਾਈਨਾ ਨੂੰ ਲੈ ਕੇ ਕੁਝ ਪਾਲਿਸੀ ਹੋਰ ਹੈ? ਕਿੱਦਾਂ? ਪਾਕਿਸਤਾਨ ਨੂੰ ਲੈ ਕੇ ਤੁਸੀਂ ਪਾਲਿਸੀ ਇਹੋ ਜਿਹੀ ਬਣਾਉਂਦੇ ਆ ਕਿ ਪੋਲਿਟਿਕਸ ਕਰੀਏ ਪੂਰੇ ਦੇਸ਼ ਦੇ ਵਿੱਚ, ਅਸੀਂ ਗੱਲ ਕਰਦੇ ਹਾਂ ਰਾਸ਼ਟਰਵਾਦ। ਜੋ ਚਾਈਨਾ ਦੀ ਗੱਲ ਹੁੰਦੀ ਹੈ ਉਦੋਂ ਤੁਸੀਂ ਉਸ ਤਰੀਕੇ ਨਾਲ ਗੱਲ ਨਹੀਂ ਕਰਦੇ। ਤੁਹਾਡੀ ਆਪੋਜੀਸ਼ਨ ਇਹ ਸਵਾਲ ਕਰਦੀ ਹੈ ਕਰਨਾ ਸਾਹਿਬ? ਨਹੀਂ ਨਹੀਂ, ਓਪੋਜੀਸ਼ਨ ਦੇਖੋ, ਓਪੋਜੀਸ਼ਨ ਵੈਰੀ ਅਨਫੋਰਚੂਨੇਟਲੀ ਮੈਂ ਇਹ ਸਮਝਦਾ ਕਿ ਵੈਦਰ ਇਟ ਇਜ਼ ਪੋਲੀਟੀਕਲ ਮੁੱਦੇ ਜਾਂ ਡਿਫੈਂਸ ਮੁੱਦੇ ਜਾਂ ਡਿਪਲੋਮੈਟਿਕ ਮੁੱਦੇ, ਓਪੋਜੀਸ਼ਨ ਆਪਾਂ ਹੋਮਵਰਕ ਨਹੀਂ ਕਰਦੀ ਹੈ। ਉਹ ਉਹਨਾਂ ਨੂੰ ਜਿਹੜੀ ਜਗ੍ਹਾ 'ਚ ਉਹਨਾਂ ਨੂੰ ਸਟ੍ਰਾਈਕ ਕਰਨਾ ਚਾਹੀਦਾ ਹੈ ਉੱਥੇ ਉਹ ਸਟ੍ਰਾਈਕ ਨਹੀਂ ਕਰਦੇ, ਬਿਕੋਜ਼ ਦੇ ਹੈਵ ਲੈਕ ਆਫ ਨੌਲੇਜ। ਤੇ ਜਿੱਥੇ ਉਹਨਾਂ ਨੂੰ ਨਹੀਂ ਸਟ੍ਰਾਈਕ ਕਰਨਾ ਚਾਹੀਦਾ ਉਹ ਨੇਮ ਕਾਲਿੰਗ ਤੇ ਆ ਰਹੇ ਨੇ। ਉਹ ਇੱਕ ਮੈਚੁਰ ਓਪੋਜੀਸ਼ਨ ਨਹੀਂ ਹੈ। ਦੇਰ ਆਰ ਮੈਨੀ ਥਿੰਗਸ ਵੇਅਰ ਦੇ ਕੈਨ ਕੈਚ ਅਸ, ਬਟ ਉੱਥੇ ਉਹ ਸਾਨੂੰ ਫੜਨ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਮੰਡੇਨ ਚੀਜ਼ਾਂ, ਛੋਟੀਆਂ ਮੋਟੀਆਂ ਚੀਜ਼ਾਂ, ਇੱਥੋਂ ਉੱਥੋਂ ਫੜੀ ਹੋਈ ਗੱਲ ਦੇ ਉੱਤੇ ਗੱਲ ਕਰਦੇ ਨੇ, ਜਿਹਦੇ ਨਾਲ ਸਾਰੀ ਜਿਹੜੀ ਸਟ੍ਰੈਟੇਜਿਕ ਐਨਾਲਿਸਿਸ ਹੈਗਾ ਤੇ ਤੁਹਾਡਾ ਸਟ੍ਰੈਟੇਜਿਕ ਥਾਟ ਪ੍ਰੋਸੈਸ ਹੈ ਉਹ ਉਹਦੇ 'ਚੋਂ ਮਾਰ ਖਾ ਜਾਂਦੇ ਨੇ। ਚਲੋ, ਤੁਸੀਂ ਮੇਕ ਇਨ ਇੰਡੀਆ ਦੀ ਗੱਲ ਕੀਤੀ ਹੈ, ਪਰ ਅੱਜ ਵੀ ਅਸੀਂ ਵਿਦੇਸ਼ੀ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ 'ਤੇ ਨਿਰਭਰ ਹੈ। ਸਾਡੇ ਜਿਹੜੇ ਵੱਡੇ ਵੱਡੇ ਹਥਿਆਰ ਹੈ ਉਹਨਾਂ ਦੀ ਮੇਨਟੇਨੈਂਸ ਉਹਨਾਂ ਕੋਲ ਹੈ, ਉਹਨਾਂ ਤੋਂ ਬਿਨਾਂ ਅਸੀਂ ਅੱਗੇ ਨਹੀਂ ਤੁਰ ਸਕਦੇ। ਕਰਨਾ ਸਾਹਿਬ, ਤੁਹਾਨੂੰ ਇਹ ਗੱਲ ਦਾ ਬਹੁਤ ਭਲੀ ਭਾਂਤ ਪਤਾ ਹੈਗਾ ਕਿ ਸਾਨੂੰ ਇਹ ਸੋਚਣਾ ਪਊਗਾ ਜਾਂ ਇਹ ਸਵਾਲ ਸਾਡੇ ਮਨ ਵਿੱਚ ਆਉਣਾ ਚਾਹੀਦਾ ਕਿ ਸਾਡਾ ਡਿਫੈਂਸ ਸਿਸਟਮ ਹੈ ਜਿਹੜਾ, ਉਹ ਉਹਨਾਂ ਨੂੰ ਪਤਾ ਹੋਊਗਾ ਤੇ ਇਹ ਸਾਡੇ ਲਈ ਸਿਕਿਉਰਿਟੀ ਬ੍ਰੀਚ ਵਾਲਾ ਮੁੱਦਾ ਨਹੀਂ ਹੈ? ਬਹੁਤ ਵੱਡਾ ਹੈ ਜੀ, ਬਹੁਤ ਵੱਡਾ ਹੈ। ਤੁਹਾਡਾ ਕੀ ਖਿਆਲ ਹੈ ਜਿਹੜਾ ਮੇਕ ਇਨ ਇੰਡੀਆ ਦਾ ਜਿਹੜਾ ਸਿਸਟਮ ਸ਼ੁਰੂ ਕੀਤਾ ਹੈ, ਜਿਹਦੇ ਕਾਰਨ 에ਅਰਕ੍ਰਾਫਟਸ ਵਗੈਰਾ ਇੱਥੇ ਹੀ ਬਣਨੀਆਂ ਨੇ ਤੇ ਤੁਹਾਡੀ ਆਰਟਿਲਰੀ ਨੂੰ ਇੰਡੀਜਨਾਈਜ਼ ਕਰ ਦਿੱਤਾ ਹੈ, ਤੇ ਤੁਹਾਡੀ ਟੈਂਕਸ ਦੇ ਵਾਸਤੇ ਅਸੀਂ ਸਾਡੇ ਕੋਲ ਪਰਮਨੈਂਟ ਲਾਇਸੈਂਸ ਹੈ ਟੂ ਮੇਕ ਟੈਂਕਸ ਓਵਰ ਹੇਅਰ, ਦੈਟ ਆਲਸੋ T90 ਟੈਂਕਸ ਆਫ ਰਸ਼ੀਆ। ਇਹ ਸਾਰਾ ਕੁਝ ਉਸੇ ਪਾਸੇ ਹੈ ਨਾ ਕਿ ਅਸੀਂ ਆਪਣੇ ਆਪ ਨੂੰ ਆਤਮ ਨਿਰਭਰ ਕਰ ਲਈਏ ਐਸ ਫਾਰ ਐਸ ਹਾਰਡਵੇਅਰ ਇਜ਼ ਕੰਸਰਨ। ਪਰ ਇਹ ਇੱਕ ਦਿਨ 'ਚ ਹੋਣਾ ਨਹੀਂ। ਇਹ ਪ੍ਰੋਬਲਮ ਉਦੋਂ ਦੀ ਚੱਲ ਰਹੀ ਹੈ ਜਦੋਂ ਦੇ ਜਵਾਹਰ ਲਾਲ ਨਹਿਰੂ ਦੀ ਗਵਰਨਮੈਂਟ ਸੀਗੀ। ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਜਦੋਂ ਸੈਕੰਡ ਵਰਲਡ ਵਾਰ ਦੇ ਬਾਅਦ ਜਿਹੜੀ ਸਾਡੀਆਂ ਆਰਡੀਨੈਂਸ ਫੈਕਟਰੀਜ਼ ਨੇ, ਜਿਹੜੀ ਸਾਡੀ ਡਿਫੈਂਸ ਪ੍ਰੋਡਕਸ਼ਨ ਦਾ ਸਾਡੇ ਕੋਲ ਸੈਟਅਪ ਸੀਗਾ, ਇਟ ਵਾਸ ਦ ਬੈਸਟ ਇਨ ਦ ਵਰਲਡ। ਯੂ ਨੋ ਦੈਟ? ਤੁਹਾਨੂੰ ਪਤਾ ਹੈ? ਇਟ ਵਾਸ ਦ ਬੈਸਟ ਡਿਫੈਂਸ ਪ੍ਰੋਡਕਸ਼ਨ ਸੈਟਅਪ ਇਨ ਦ ਵਰਲਡ। ਅਗਰ ਉਸ ਟਾਈਮ ਦੇ ਉੱਤੇ, ਕਿਉਂਕਿ ਸਾਰੇ ਇਹਨਾਂ ਨੇ ਡਿਫੈਂਸ ਪ੍ਰੋਡਕਸ਼ਨ ਸੈਟਅਪ ਜਿਹੜੀ ਹੈ ਉਹ ਇੰਡੀਆ 'ਚ ਲਗਾਈ ਹੋਈ ਸੀਗੀ, ਅਗਰ ਉਸ ਵੇਲੇ ਅਸੀਂ ਡਿਫੈਂਸ ਪ੍ਰੋਡਕਸ਼ਨ 'ਚ ਪੈ ਜਾਂਦੇ, ਵੀ ਵੁੱਡ ਹੈਵ ਬੀਨ ਦ ਲੀਡਿੰਗ ਪ੍ਰੋਡਿਊਸਰਸ ਆਫ ਮਿਲਟਰੀ ਹਾਰਡਵੇਅਰ। ਅਸੀਂ ਪਿੱਛੇ ਕਿਉਂ ਰਹਿ ਗਏ? ਹਾਂਜੀ, ਅਸੀਂ ਪਿੱਛੇ ਕਿਉਂ ਰਹਿ ਗਏ? ਨਹਿਰੂ's policy, ਪੰਡਿਤ ਜਵਾਹਰ ਲਾਲ ਨਹਿਰੂ ਜੀ ਪਾਲਿਸੀ, ਉਹ ਕਹਿੰਦੇ ਸੀਗੇ ਕਿ ਅਸੀਂ ਪੀਸਫੁਲ ਨੇਸ਼ਨ ਆ। ਕਰਨਾ ਸਾਹਿਬ, ਮੈਂ ਤੁਹਾਨੂੰ ਰੋਕਣਾ ਨਹੀਂ ਚਾਹੁੰਦਾ, ਪਰ ਮੇਰਾ ਸਵਾਲ ਇਹ ਹੈ ਕਿ ਜਦੋਂ ਵੀ ਕੋਈ ਵੀ ਡਰਾਬੈਕ ਦੀ ਗੱਲ ਆਉਂਦੀ ਹੈ ਉਹ ਤੁਸੀਂ ਨਹਿਰੂ ਨੂੰ ਲਿਆਉਂਦੇ ਵਿੱਚ? ਨਹੀਂ ਨਹੀਂ ਨਹੀਂ, ਮੈਂ ਪੋਲੀਟੀਕਲੀ ਤਾਂ ਗੱਲ ਹੀ ਨਹੀਂ ਕਰ ਰਿਹਾ ਅੱਜ। ਮੈਂ ਤੇ ਤੁਹਾਨੂੰ ਆਈ ਐਮ ਟੈਲਿੰਗ ਯੂ ਦ ਫੈਕਟ। ਜਵਾਹਰ ਲਾਲ ਨਹਿਰੂ ਜੀ's policy was that we are a peaceful nation। ਅਸੀਂ ਇਸ ਕੰਟਰੀ ਦੇ ਵਿੱਚ ਮਿਲਟਰੀ ਹਾਰਡਵੇਅਰ ਨਹੀਂ ਬਣਾਵਾਂਗੇ। ਇਟ ਵਾਸ ਅ ਆਈਡੀਓਲੋਜੀਕਲ ਪਲੇਟਫਾਰਮ ਔਨ ਵਿਚ ਹੀ ਵਾਸ ਸਟੈਂਡਿੰਗ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਗਲਤ ਕੀਤਾ ਕਿ ਨਾ ਕੀਤਾ। ਇਟ ਵਾਸ ਅ ਆਈਡੀਓਲੋਜੀਕਲ ਪਲੇਟਫਾਰਮ। ਉਹਨਾਂ ਦੇ ਦੋ ਪਲੇਟਫਾਰਮ ਸੀਗੇ ਕਿ ਅਸੀਂ ਪੀਸਫੁਲ ਨੇਸ਼ਨ ਹੈਗੇ ਆ, ਅਸੀਂ ਹਥਿਆਰ ਨਹੀਂ ਬਣਾਵਾਂਗੇ। ਦੂਸਰਾ ਉਹਨਾਂ ਦਾ ਪਲੇਟਫਾਰਮ ਸੀਗਾ ਨਾਨ ਅਲਾਈਨਡ। ਇਟ ਵਾਸ ਹਿਸ ਆਈਡੀਓਲੋਜੀਕਲ ਪਲੇਟਫਾਰਮ।
ਮੈਂ ਇਹ ਨਹੀਂ ਕਹਿ ਰਿਹਾ ਕਿ ਗਲਤ ਹੈ ਕਿ ਸਹੀ ਹੈ, ਬਟ ਉਹ- ਬਾਅਦ ਦੇ ਵਿੱਚ ਸਾਨੂੰ ਪਤਾ ਲੱਗਿਆ ਉਹਨਾਂ ਦੀ ਹੀ ਡਾਟਰ ਨੇ ਦੇਖਿਆ ਕਿ ਯਾਰ ਇਹ ਤੇ ਬੜੀ ਪ੍ਰੋਬਲਮ ਪੈ ਰਹੀ ਹੈ, ਤੇ ਉਹਨਾਂ ਨੇ ਆਪਣੇ ਆਪ ਨੂੰ ਰਸ਼ੀਆ ਦੇ ਨਾਲ ਅਲਾਈਨ ਕਰਕੇ ਬੜੀ ਵੱਡੀ ਤਾਦਾਦ ਦੇ ਵਿੱਚ ਰਸ਼ੀਅਨ ਇਕਵਿਪਮੈਂਟ ਨੂੰ ਇੱਥੇ ਇੰਡਕਟ ਕੀਤਾ, ਨਹੀਂ ਤਾਂ ਅਸੀਂ ਤਾਂ ਮਾਰੇ ਗਏ ਸੀਗੇ। ਤਾਂ ਲੱਗਦਾ ਕਿ ਅਸੀਂ ਡਿਪਲੋਮੈਟਿਕ ਸਹੀ ਚੱਲਦੇ ਪਏ ਹਾਂ, ਜੋ ਰਸ਼ੀਆ ਦੇ ਨਾਲ ਅਸੀਂ ਤਾਲਮੇਲ ਰੱਖਿਆ, ਜੋ ਅਸੀਂ ਅਮਰੀਕਾ ਦੇ ਨਾਲ ਤਾਲਮੇਲ ਰੱਖਦੇ ਪਏ ਹਾਂ, ਜੋ ਅਸੀਂ ਰੂਸ ਯੂਕਰੇਨ ਦੀ ਜੰਗ ਵਿੱਚ ਭੂਮਿਕਾ ਆਪਣੀ ਨਿਭਾਈ ਹੈ, ਤਾਂ ਲੱਗਦਾ ਕਿ ਡਿਪਲੋਮੈਟਿਕ ਅਸੀਂ ਸਹੀ ਹੈ? ਕਿਉਂਕਿ ਹਮੇਸ਼ਾ ਸਾਡੀ ਫੋਰਨ ਪਾਲਿਸੀ ਤੇ ਸਵਾਲ ਉੱਠਦੇ ਪਏ ਆ ਕਰਨਲ ਸਾਹਿਬ। ਕਿਹੜੇ ਕਿਹੜੇ ਸਵਾਲ? ਇਹੀ ਸਵਾਲ ਚੁੱਕਦੇ ਪਏ ਨਾ ਕਿ ਸਾਨੂੰ ਸਾਡਾ ਸਟੈਂਡ ਨਹੀਂ ਪਤਾਗਾ ਜੀ, ਅਸੀਂ ਕੀ ਕਰਨਾ ਜੀ, ਅਸੀਂ ਜਾ ਕੇ ਉੱਥੇ ਟਰੰਪ ਦੇ ਹੱਕ ਵਿੱਚ ਭੁਗਤੇ ਆਉਂਦੇ ਆ, ਉਹ ਇਹ ਸਵਾਲ ਚੁੱਕਦੇ ਆ ਪੋਜੀਸ਼ਨ ਤੋਂ। ਦੇਖੋ ਇਸ ਵੇਲੇ ਜਿਹੜਾ ਮਿਲਟਰੀ ਹਾਰਡਵੇਅਰ ਦਾ ਜਿਹੜਾ ਇੰਟਰਨੈਸ਼ਨਲ ਮਾਰਕੀਟ ਹੈ ਉਹ ਐਕਸਪੈਂਡਡ ਹੈ, ਤੇ ਸਾਡੀ ਯੂਐਸਏ ਦੇ ਨਾਲ ਇੱਕ ਸਟ੍ਰੈਟੇਜਿਕ ਅਲਾਈਅੰਸ ਹੈ, ਤੇ ਸਾਡੀ ਰਸ਼ੀਆ ਦੇ ਨਾਲ ਇੱਕ ਟ੍ਰੈਡੀਸ਼ਨਲ ਪੁਰਾਣੀ ਦੋਸਤੀ ਹੈ। ਸੋ ਉਹ ਸਟ੍ਰੈਟੇਜਿਕ ਅਲਾਈਅੰਸ ਨੂੰ ਰੱਖਣ ਵਾਸਤੇ ਤੇ ਜੁਆਇੰਟ ਐਕਸਰਸਾਈਜ਼ਸ ਤੇ ਜੁਆਇੰਟ ਸਾਡਾ ਡਿਫੈਂਸ ਦਾ ਜਿਹੜਾ ਸਿਸਟਮ ਹੈ ਉਹਨੂੰ ਕਾਇਮ ਰੱਖਣ ਵਾਸਤੇ ਅਸੀਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਅਮਰੀਕਾ ਤੋਂ ਖਰੀਦ ਰਹੇ ਹਾਂ, ਕੁਝ ਚੀਜ਼ਾਂ ਅਸੀਂ ਰਸ਼ੀਆ ਤੋਂ ਖਰੀਦ ਰਹੇ ਹਾਂ, ਪਰ ਦੋਵੇਂ ਪਾਸਿਆਂ ਨੂੰ ਇਹ ਸੈਟੀਸਫੈਕਸ਼ਨ ਹੈਗੀ ਹੈ ਕਿ ਵੀ ਆਰ ਦੇਅਰ ਫਰੈਂਡਸ। ਇਹੋ ਹੀ ਤੇ ਡਿਪਲੋਮੈਟਿਕ ਜਿੱਤ ਹੈ। ਉੱਤੋਂ ਦੀ ਮੇਕ ਇਨ ਇੰਡੀਆ ਦੇ ਵਾਸਤੇ ਜਿਹੜੇ ਲਾਇਸੈਂਸਿਸ ਦੇ ਰਹੇ ਹਾਂ ਅਸੀਂ, ਦੇ ਆਰ ਬੀਇੰਗ ਗਿਵਨ ਟੂ ਕੰਪਨੀਜ਼ ਆਫ ਦ USA ਆਲਸੋ, ਦੇ ਆਰ ਬੀਇੰਗ ਗਿਵਨ ਟੂ ਇਜ਼ਰਾਈਲ ਕੰਪਨੀਜ਼ ਆਲਸੋ, ਦੇ ਆਰ ਬੀਇੰਗ ਗਿਵਨ ਟੂ USSR ਕੰਪਨੀਜ਼ ਆਲਸੋ। ਸੋ ਇਹ ਇੱਕ ਓਵਰਆਲ ਇੱਕ ਸਟ੍ਰੈਟਜੀ ਬਣਾਈ ਹੋਈ ਹੈ, ਜੋ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਇਹ ਸਾਰਾ ਕੁਝ ਅੱਜ ਕੱਲ੍ਹ ਦੇ ਵਿੱਚ ਨਹੀਂ ਹੋ ਜਾਣਾ। ਇਟ ਇਜ਼ ਗੋਇੰਗ ਟੂ ਟੇਕ 10-15 years ਫॉर ਅਸ ਟੂ ਸਟੈਬਿਲਾਈਜ਼। 15 ਸਾਲ ਤੇ ਕਿਤਰੇ ਨਹੀਂ ਗਏ। ਚਲੋ ਤੁਹਾਡੀ ਗੱਲ ਮੈਂ ਮੰਨ ਲਈ, 15 ਸਾਲ ਕਿਤੇ ਨਹੀਂ ਗਏ। 15 ਸਾਲ ਮੋਦੀ ਸਰਕਾਰ ਨੂੰ ਚਾਹੀਦੇ ਜਾਂ ਦੇਸ਼ ਦੀ ਸਰਕਾਰ ਨੂੰ ਚਾਹੀਦੇ, ਜਿਹੜੀ ਮਰਜ਼ੀ ਹੋਵੇ? ਦੇਸ਼ ਦੀ ਸਰਕਾਰ, ਜੋ ਵੀ ਸਰਕਾਰ ਇੱਥੇ ਆਏ, ਜੋ ਇਸ ਵੇਲੇ ਦੀਆਂ ਨੀਤੀਆਂ ਨੇ ਉਹਨਾਂ ਨੀਤੀਆਂ ਨੂੰ ਫਾਰਵਰਡ ਲੈ ਕੇ ਜਾਣਾ ਪਏਗਾ। ਮੇਕ ਇਨ ਇੰਡੀਆ ਨੂੰ ਵਧਾਉਣਾ ਪਏਗਾ, ਇੰਡੀਜਨਸ ਡਿਫੈਂਸ ਪ੍ਰੋਡਕਸ਼ਨ ਨੂੰ ਬੂਸਟ ਅਪ ਕਰਨਾ ਪਏਗਾ, ਮਿਲਟਰੀ ਫੋਰਸਿਸ ਨੂੰ ਜਿਹੜੀ ਮਿਨੀਮਮ ਰਿਕੁਆਇਰਮੈਂਟ ਆਫ ਫਾਈਨੈਂਸਿਸ ਹੈ ਉਹ ਦੇਣੇ ਪੈਣਗੇ। ਇਹਦੇ ਬਗੈਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ। ਅਗਰ ਕੋਈ ਇੱਥੇ ਆ ਕੇ ਇਹ ਕਹਿ ਦੇ ਕਿ ਅਸੀਂ ਮਿਲਟਰੀ ਨੂੰ ਡਾਊਨ ਕਰਕੇ ਤੇ ਸੋਸ਼ਲ ਸੈਕਟਰ ਨੂੰ ਜ਼ਿਆਦਾ ਦੇ ਦਈਏ, ਇਟ ਵਿਲ ਬੀ ਸੁਸਾਈਡਲ ਫॉर द ਨੇਸ਼ਨ। ਚਲੋ ਇੱਕ ਹੋਰ ਛੋਟਾ ਬ੍ਰੇਕ ਲੈਣਾ ਕਰਨਲ ਸਾਹਿਬ, ਤੇ ਵਾਪਸ ਆ ਰਹੇ ਹਾਂ। ਆਰਮੀ ਫੋਰਸ ਆ ਜਿਹੜੀ ਸਾਡੀ, ਉਹ ਬੜੀ ਡਿਸਪਲਿਨ ਫੋਰਸ ਹੁੰਦੀ ਹੈ, ਤੇ ਜਿਹੜੀ ਡਿਸਪਲਿਨ ਫੋਰਸ ਹੁੰਦੀ ਹੈ ਉਹਨੂੰ ਕਿੱਥੇ ਲੈ ਕੇ ਜਾਣਾ ਚਾਹੀਦਾ ਹੈ, ਤੇ ਉਹਦੀ ਡਿਊਟੀ ਹੈ ਕੀ ਹੈ, ਤੇ ਉਹਨੂੰ ਵਰਤਿਆ ਕਿਵੇਂ ਜਾ ਰਿਹਾ ਹੈ, ਇਹ ਸਵਾਲ ਬੜਾ ਮਹੱਤਵਪੂਰਨ ਹੈ। ਵਾਪਸ ਆ ਕੇ ਸਵਾਲ ਹੋਵੇਗਾ ਜ਼ਰੂਰ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਕਰਨਲ ਸਾਹਿਬ, ਤੁਸੀਂ ਬੜੇ ਡਿਸਪਲਿਨਡ ਹੋ, ਮੈਨੂੰ ਪਤਾ। ਜਦੋਂ ਵੀ ਤੁਹਾਨੂੰ ਮੈਂ ਡਿਬੇਟ ਵਿੱਚ ਸੱਦਦਾ ਤੇ ਤੁਸੀਂ ਆਪਦੇ ਟਾਈਮ ਤੋਂ ਪਹਿਲਾਂ ਪਹੁੰਚੇ ਹੁੰਦੇ ਹੋ, ਮੈਨੂੰ ਚੰਗਾ ਲੱਗਦਾ। ਡਿਸਪਲਿਨ ਫੋਰਸ ਹੋਣੀ ਚਾਹੀਦੀ ਹੈ, ਪਰ ਜਿਹੜਾ ਆਰਮੀ ਦਾ ਡਿਸਪਲਿਨ ਹੈ ਉਹਨੂੰ ਉੱਥੇ ਵਰਤਿਆ ਜਾ ਰਿਹਾ ਜਿੱਥੇ ਸਿਵਲ ਦੇ ਵਿੱਚ ਨਹੀਂ ਵਰਤਿਆ ਜਾਣਾ ਚਾਹੀਦਾ ਹੈਗਾ। ਜਦੋਂ ਵੀ ਕੋਈ ਭੀੜ ਪੈਂਦੀ ਹੈ, ਕੁਦਰਤੀ ਆਪਦਾ ਆਉਂਦੀ ਹੈ, ਜਾਂ ਕੋਈ ਹੋਰ ਜਿਵੇਂ ਮਣੀਪੁਰ ਵਰਗੀ ਟੈਨਸ਼ਨ ਹੈ, ਜਾਂ ਕੋਈ ਹੋਰ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਪੂਰਾ ਕਵਰ ਅਪ ਕੀਤਾ ਹੋਇਆ ਸਾਰਾ ਏਰੀਆ, ਤਾਂ ਲੱਗਦਾ ਕਿ ਆਰਮੀ ਦੇ ਡਿਸਪਲਿਨ ਤੇ ਉਹ ਇਫੈਕਟ ਕਰਦਾ ਸਿਵਲੀਅਨ ਦੇ ਵਿੱਚ ਇੰਨਾ ਸਮਾਂ ਰਹਿਣਾ? ਇਹ ਬੜਾ ਚੰਗਾ ਸਵਾਲ ਹੈ, ਬੜਾ ਸੈਂਸਿਟਿਵ ਇਸ਼ੂ ਹੈ। ਇਟਸ ਅ ਵੈਰੀ ਸੈਂਸਿਟਿਵ ਇਸ਼ੂ। ਅਸੀਂ ਬੇਸਿਕਲੀ ਸੋਚਦੇ ਹਾਂ ਤੇ ਸਮਝਦੇ ਹਾਂ ਕਿ ਐਜ਼ ਅ ਕਨਵੈਨਸ਼ਨਲ ਮਿਲਟਰੀ ਫੋਰਸ ਸਾਨੂੰ ਕਿਤੇ ਵੀ ਐਸੀ ਜਗ੍ਹਾ 'ਚ ਨਹੀਂ ਯੂਜ਼ ਕਰਨਾ ਚਾਹੀਏ ਜਿੱਥੇ ਅਸੀਂ ਸਿਵਲੀਅਨਸ ਦੇ ਕੰਟੈਕਟ ਦੇ ਵਿੱਚ ਆ ਜਾਈਏ। ਬਟ ਅਨਫੋਰਚੂਨੇਟਲੀ ਕੁਝ ਐਸੀਆਂ ਫੋਰਨ ਪਾਵਰਸ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਡੇ ਬਾਰਡਰ ਏਰੀਆਜ਼ ਦੇ ਵਿੱਚ ਤੇ ਸੈਂਸਿਟਿਵ ਏਰੀਆਜ਼ 'ਚ ਇਨਫਿਲਟਰੇਟ ਕਰਕੇ ਉੱਥੇ ਇਨਸਰਜੈਂਸੀ ਦੀ এনवायरमेंट ਕ੍ਰੀਏਟ ਕੀਤੀ ਹੋਈ ਹੈ, ਤੇ ਉਹ ਜਿਹੜੀ ਇਨਸਰਜੈਂਸੀ ਦੀ এনवायरमेंट ਹੈ ਉਹਨੂੰ ਸੰਭਾਲਣ ਦੇ ਵਾਸਤੇ ਸક્ષਮ ਨਹੀਂ ਹੈ ਲੋਕਲ ਪੁਲਿਸ ਐਂਡ ਦੀ CRPF। ਤੇ ਉਹ ਜਿਹੜੀ ਹੈ ਉਹ ਇਟ ਇਜ਼ ਆਲਸੋ ਕਨੈਕਟਡ ਵਿਦ ਦ ਬਾਰਡਰਸ। ਜਿੱਦਾਂ J&K ਦੀ ਅਗਰ ਗੱਲ ਕਰੋ ਤੇ ਇਟ ਇਜ਼ ਕਨੈਕਟਡ, ਦ ਇਨਫਿਲਟ੍ਰੇਸ਼ਨ ਇਜ਼ ਕਨੈਕਟਡ ਵਿਦ ਦ ਲਾਈਨ ਆਫ ਕੰਟਰੋਲ। ਲਾਈਨ ਆਫ ਕੰਟਰੋਲ ਦੇ ਉੱਤੇ ਆਰਮੀ ਦਾ ਹੈਗਾ ਕੰਟਰੋਲ ਹੈਗਾ। ਸੋ ਉਸ ਚੀਜ਼ ਨੂੰ ਹੋਲਿਸਟਿਕਲੀ ਦੇਖਣ ਵਾਸਤੇ ਆਰਮੀ ਨੂੰ ਉੱਥੇ ਲੈ ਕੇ ਜਾਣਾ ਬਹੁਤ ਜ਼ਰੂਰੀ ਸੀਗਾ। ਇਹ ਡਿਸੀਜਨ ਸੀਗੀ, ਕਾਂਗਰਸ ਪਾਰਟੀ ਦੀ ਡਿਸੀਜਨ ਸੀਗੀ। ਆਰਮ ਫੋਰਸਿਸ ਸਪੈਸ਼ਲ ਪਾਵਰ ਐਕਟ ਉੱਥੇ ਲਗਾ ਕੇ ਸਾਨੂੰ ਲੈ ਕੇ ਗਏ। ਮੈਂ ਕਹਿੰਦਾ ਇਹ ਬਹੁਤ ਅੱਛੀ ਡਿਸੀਜਨ ਸੀਗੀ। ਅਗਰ ਨਾ ਲੈ ਕੇ ਜਾਂਦੇ ਤੇ ਸ਼ਾਇਦ ਕਸ਼ਮੀਰ ਸਾਡੇ ਹੱਥ 'ਚ ਨਾ ਹੁੰਦਾ। ਤੇ ਹੁਣ ਇਸ ਵੇਲੇ ਜਿਹੜਾ ਉੱਥੇ ਸਿਚੁਏਸ਼ਨ ਹੈਗੀ ਹੈ ਕਸ਼ਮੀਰ ਦੇ ਵਿੱਚ, ਸਾਰੀ ਸਿਚੁਏਸ਼ਨ ਠੀਕ ਹੋ ਗਈ ਹੈ। ਕਾਫੀ ਟਾਈਮ ਲੱਗਿਆ, ਮੈਂ ਬਹੁਤ ਸਾਲ ਕੱਢੇ ਨੇ ਉੱਥੋਂ ਦੀ ਇੰਸਰਜੈਂਸੀ 'ਚ। ਆਈ ਨੋ ਐਵਰੀਥਿੰਗ ਅਬਾਊਟ ਦੈਟ ਇੰਸਰਜੈਂਸੀ। ਪਰ ਸਰ ਇੱਥੇ ਇਹ ਸਵਾਲ ਚੁੱਕਿਆ ਜਾਂਦਾ, ਕਸ਼ਮੀਰੀਆਂ ਨੂੰ ਕੁੱਟ-ਕੁੱਟ ਕੇ ਅਸੀਂ ਆਪਣੇ ਨਾਲ ਕਰਾਂਗੇ। ਕਸ਼ਮੀਰੀਆਂ ਨੂੰ ਕੁੱਟ-ਕੁੱਟ ਕੇ ਅਸੀਂ ਆਪਣੇ ਨਾਲ ਨਹੀਂ ਕੀਤਾ।
ਪਲੀਜ਼ ਅੰਡਰਸਟੈਂਡ। ਤੁਹਾਡੀ ਆਪੋਜੀਸ਼ਨ ਇਹੀ ਸਵਾਲ ਹਮੇਸ਼ਾ ਚੱਕਦੀ ਹੈ ਨਹੀਂ, ਉਹ ਤੇ ਕੁੱਟਣ ਕਟਾਣ ਦਾ ਜਿਹੜਾ ਕਸ਼ਮੀਰੀਆਂ ਨੂੰ ਕੁੱਟਣ ਦਾ ਕੰਮ ਸੀਗਾ ਉਹ ਤੇ ਪਹਿਲੇ ਹੋਇਆ ਯਾਰ। ਉਹਦੇ ਵਿੱਚ ਮੈਂ ਕਾਂਗਰਸ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ। ਪਲੀਜ਼ ਅੰਡਰਸਟੈਂਡ ਦ ਸਿਚੁਏਸ਼ਨ। ਇਹ ਇੱਕ ਐਸੀ ਸਿਚੁਏਸ਼ਨ ਹੈ ਜਿਹਦੇ 'ਚ ਪੋਲਿਟਿਕਸ ਨਹੀਂ ਖੇਡੇ ਜਾ ਸਕਦੇ। ਮੈਂ ਤੁਹਾਨੂੰ ਇਹਦੇ ਆંકੜੇ ਦਿੰਨਾ। ਜਦੋਂ ਕਸ਼ਮੀਰੀ ਪੰਡਿਤਸ ਨੂੰ ਉੱਥੇ ਜਿਹਾਦੀਆਂ ਨੇ ਆ ਕੇ ਉੱਥੋਂ ਦੀ ਕੱਢਿਆ ਸੀਗਾ, ਕਸ਼ਮੀਰੀ ਪੰਡਿਤਸ ਦੇ ਨਾਲ ਬਹੁਤ ਬੁਰਾ ਹੋਇਆ। ਮੈਂ ਇਹ ਨਹੀਂ ਕਹਿ ਰਿਹਾ ਕਿ ਨਹੀਂ ਹੋਇਆ, but the death rate of the Kashmiri Pandits when they came down was very less in the sense in real terms। ਉਹਦੇ ਬਾਅਦ ਜਿਹੜਾ ਸੰਤਾਪ ਉੱਥੇ ਭੁਗਤਿਆ ਹੈ ਇਨਸਰਜੈਂਸੀ ਦਾ, ਟੈਰਰਿਜ਼ਮ ਦਾ, ਉਹ ਸਾਰਾ ਉੱਥੋਂ ਦੇ ਕਸ਼ਮੀਰੀ ਮੁਸਲਿਮਸ ਨੇ ਭੁਗਤਿਆ, ਕਿਉਂਕਿ ਬੈਠੇ ਤੇ ਉੱਥੇ ਉਹ ਸੀਗੇ ਨਾ ਜਿਹੜੇ ਰਹਿ ਰਹੇ ਸੀਗੇ। ਐਂਡ ਇਟ ਕੈਰੀਡ ਔਨ ਫॉर 20 years। KP ਸਿੰਘ ਜੀ, ਮੈਂ ਉੱਥੇ ਸੀਗਾ, ਮੈਂ ਬੜੀ ਦੇਰ ਰਿਹਾ ਕਸ਼ਮੀਰ ਦੇ ਵਿੱਚ। ਮੈਂ ਜਾਣਨਾ ਕਿ ਕਿਹੜੇ ਤਰੀਕੇ ਦੇ ਨਾਲ ਕਿਹੜੀ ਬਰੂਟੈਲਿਟੀ ਹੁੰਦੀ ਸੀਗੀ ਉੱਥੋਂ ਦੇ ਟੈਰਰਿਸਟ ਦੀ, ਜਿਹੜੇ ਫੋਰਨ ਸਪਾਂਸਰ ਟੈਰਰਿਸਟ ਸੀਗੇ, ਕਿਸ ਹੱਦ ਤੱਕ ਉਹ ਬਰੂਟਲ ਸੀਗੇ, ਕਿਸ ਹੱਦ ਤੱਕ ਉਹ ਕਰਦੇ ਸੀਗੇ, ਪ੍ਰੋਬਲਮ ਕ੍ਰੀਏਟ ਕਰਦੇ ਸੀਗੇ। ਉਹ ਸਾਰੀ ਪ੍ਰੋਬਲਮ ਨੂੰ ਦਬਾਉਣ ਦੇ ਵਾਸਤੇ ਓਡਾ ਹੀ ਕੰਮ ਜੋ ਕੁਝ ਫੌਜ ਨੇ ਕਰਨਾ ਸੀਗਾ ਉਹ ਕਾਂਗਰਸ ਦੇ ਟਾਈਮ ਵੀ ਕੀਤਾ, BJP ਦੇ ਟਾਈਮ ਵੀ ਕੀਤਾ। ਓਨਲੀ ਥਿੰਗ ਇਜ਼, ਮੈਂ ਹੁਣ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਮੈਂ ਉੱਥੇ ਸੀਗਾ 2003 ਦੇ ਵਿੱਚ there were 10,000 ਟੈਰਰਿਸਟ ਓਵਰ ਦੇਅਰ। 10,000 ਸਾਡੇ ਕੋਲ ਰੋਜ਼ ਉੱਥੋਂ ਦੀ ਆંકੜੇ ਆਉਂਦੇ ਸੀਗੇ। 2005 ਜਾਂ 6 ਦੇ ਵਿੱਚ ਦ ਨੰਬਰਸ ਕੇਮ ਟੂ 5,000। ਇੱਦਾਂ ਕਰਦੇ ਕਰਦੇ ਦ ਨੰਬਰਸ ਕੇਮ 2008 ਦੇ ਵਿੱਚ ਦ ਨੰਬਰਸ ਕੇਮ ਟੂ 500-600 ਹੈ। ਉਹਦੇ ਬਾਅਦ 200-300। ਹੁਣ 200-300 ਟੈਰਰਿਸਟ ਐਸਾ ਹੁੰਦਾ ਹੈ ਜਿਹੜਾ ਤੁਸੀਂ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਕਰ ਸਕਦੇ ਹੋ, ਬਿਕੋਜ਼ ਜੋ ਜਿੰਨੇ ਕਿ ਤੁਸੀਂ ਮਾਰਦੇ ਹੋ ਉਹਨੇ ਬਾਹਰੋਂ ਦੀ ਏਡੇ ਵੱਡੀ ਜਗ੍ਹਾ ਦੇ ਵਿੱਚੋਂ ਇਨਫਿਲਟ੍ਰੇਸ਼ਨ ਹੋ ਜਾਂਦੀ ਹੈ। ਪਰ 200-300 ਤੇ ਗੁੰਡੇ ਜਿਹੜੇ ਨੇ ਉਹ ਇੱਥੇ ਵੀ ਘੁੰਮਦੇ ਨੇ, ਗੁਰਗਾਉਂ 'ਚ ਵੀ ਘੁੰਮਦੇ ਨੇ। ਸੋ ਇਟ ਇਜ਼ ਅ ਵੈਰੀ ਕੰਟੇਨੇਬਲ ਇਸ਼ੂ। ਜਿਹੜਾ ਸੰਤਾਪ ਉੱਥੋਂ ਦੇ ਲੋਕਾਂ ਨੇ ਭੁਗਤਿਆ, ਜਿਹੜੀ ਬਰੂਟੈਲਿਟੀ ਭੁਗਤੀ ਹੈ, ਉਹ ਟੈਰਰਿਜ਼ਮ ਦੇ ਕਾਰਨ ਭੁਗਤੀ ਹੈ। ਉਹਨਾਂ ਨੂੰ ਟੈਰਰਿਜ਼ਮ ਦੇ ਵਿੱਚੋਂ ਕਿੰਨੇ ਕੱਢਿਆ ਹੈ? ਸਿਕਿਉਰਿਟੀ ਫੋਰਸਿਸ ਨੇ ਕੱਢਿਆ। ਸਿਕਿਉਰਿਟੀ ਫੋਰਸਿਸ ਮਤਲਬ ਆਰਮੀ, ਪੈਰਾਮਿਲਟਰੀ ਫੋਰਸਿਸ ਐਂਡ ਪੁਲਿਸ ਅਲੋਂਗ ਵਿਦ ਪੋਲਿਟਿਕਸ। ਮੈਂ ਤਾਂ ਇਹ ਸਮਝਦਾ ਕਿ ਅਸੀਂ ਬਹੁਤ ਵੱਡੀ ਇੱਕ ਚੈਲੰਜ ਜਿਹੜਾ ਸਾਡੇ ਉੱਤੇ ਫੋਰਨ ਸਪਾਂਸਰਡ ਲੋਕਾਂ ਨੇ ਕੀਤਾ ਸੀਗਾ ਕਸ਼ਮੀਰ ਦੇ ਵਿੱਚ, ਉਹਨੂੰ ਅਸੀਂ ਸਕਸੈਸਫੁਲੀ ਮੀਟ ਕੀਤਾ ਹੈ। ਸਿਰਫ BJP ਨੇ ਨਹੀਂ, ਸਾਰੀਆਂ ਗਵਰਨਮੈਂਟਸ ਨੇ ਕੀਤਾ, ਪੂਰੇ ਇੰਡੀਆ ਨੇ ਕੀਤਾ, ਸਾਰੇ ਇੱਕ ਬੰਦੇ ਨੇ ਇੰਡੀਆ ਤੋਂ ਕੀਤਾ। ਫਿਰ ਤੁਸੀਂ ਕਹਿ ਰਹੇ ਹੋ ਕਿ ਸਾਰਿਆਂ ਨੇ ਆਪਣਾ ਆਪਣਾ ਕੰਮ ਕੀਤਾ, ਆਪਣੀ ਡਿਊਟੀ ਨਿਭਾਈ, ਜਿਹੜਾ ਉਹਨਾਂ ਨੂੰ ਵਕਤ ਮਿਲਿਆ, ਜਿੰਨਾ ਵਕਤ ਮਿਲਿਆ। ਪਰ ਜਦੋਂ ਇਹ ਪੁਲਵਾਮਾ ਦਾ ਜ਼ਿਕਰ ਸਾਡੇ ਕੋਲ ਆਉਂਦਾ ਤੇ ਜਦੋਂ ਬਾਲਾਕੋਟ ਦਾ ਜ਼ਿਕਰ ਆਉਂਦਾ, ਉਹਦੇ ਵਿਚਾਲੇ ਤੁਹਾਡੇ ਹੀ ਗਵਰਨਰ ਜਿਹੜੇ ਰਹੇ ਆ ਉਹ ਸਵਾਲ ਚੁੱਕਦੇ ਆ ਤੁਹਾਡੀ ਹੀ ਸਰਕਾਰ ਤੇ, ਉਹਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ। ਦੇਖੋ, ਇੱਕ ਪਹਿਲੀ ਗੱਲ ਤੇ ਗਵਰਨਰ ਸਾਹਿਬ ਨੂੰ ਜੋ ਉਹ ਬੋਲਦੇ ਨੇ, ਮੇਰੇ ਹਿਸਾਬ ਦੇ ਨਾਲ ਹੀ ਇਜ਼ ਨਾਈਦਰ ਕੰਪੀਟੈਂਟ ਟੂ ਸਪੀਕ ਅਬਾਊਟ ਇਟ ਨੋਟ ਸ਼ੁਡ ਹੀ ਬੀ ਸਪੀਕਿੰਗ। ਉਹ ਉੱਥੋਂ ਦੇ ਕੋਈ ਮਿਲਟਰੀ ਕਮਾਂਡਰ ਨਹੀਂ ਸੀਗੇ। ਉਹ ਉੱਥੋਂ ਦੀ ਜਿਹੜੀ ਸੁਪਰੀਮ ਕਾਉਂਸਲ ਸੀਗੀ, ਸਿਕਿਉਰਿਟੀ ਕਾਉਂਸਲ ਸੀਗੀ, ਉਹਨੂੰ ਸਿਰਫ ਹੈਡ ਕਰਦੇ ਸੀਗੇ। ਤੇ ਬਾਕੀ ਜਿਹੜਾ ਉੱਥੇ ਕੀ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਉਹ ਉੱਥੋਂ ਦੇ ਲੋਕਲ ਕਮਾਂਡਰਸ ਜਿਹੜੇ ਨੇ ਉਹਨਾਂ ਦੇ ਹੱਥ ਦੇ ਵਿੱਚ ਸੀਗਾ। ਸੋ ਉਹਨਾਂ ਨੂੰ ਉਹ ਵੀ ਸਭ ਕੁਝ ਜਾਣਦੇ ਨੇ ਜੋ ਮੈਂ ਜਾਣਨਾ। ਐਸੀਆਂ ਗੱਲਾਂ ਜਿਹੜੀਆਂ ਨੇ ਪਬਲਿਕ ਡੋਮੇਨ ਦੇ ਵਿੱਚ ਐਸੀ ਸੈਂਸਿਟਿਵ ਜਗ੍ਹਾ ਤੋਂ ਬਾਹਰ ਨਿਕਲ ਕੇ ਆ ਕੇ ਨਹੀਂ ਕਰਨੀਆਂ ਚਾਹੀਦੀਆਂ। ਆਈ ਐਮ ਨਾਟ ਐਪਰੀਸ਼ੀਏਟਿਵ ਆਫ ਦ ਮੈਨਰ in which Governor Satyapal Malik ji is talking in the public domain। ਚਲੋ ਤੁਹਾਡੀ ਗੱਲ ਮੰਨ ਲਈ, ਪਬਲਿਕ ਡੋਮੇਨ 'ਚ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ, ਪਰ ਉਹ ਝੂਠ ਬੋਲ ਰਿਹਾ ਕਿ ਸੱਚ ਬੋਲ ਰਿਹਾ? ਨਹੀਂ, ਇਹਦੇ 'ਚ ਕੋਈ ਝੂਠ ਤੇ ਸੱਚ ਹੈ ਨਹੀਂ। ਉਹ ਤੇ ਤੁਹਾਨੂੰ ਪੁਲਵਾਮਾ ਦੀ ਗੱਲ ਕਰ ਦਿੰਦੇ ਨੇ, ਉਹ ਤੁਹਾਨੂੰ ਬਾਲਾਕੋਟ ਦੀ ਗੱਲ ਕਰ ਦਿੰਦੇ ਨੇ। what was happening before that? ਉਹ ਤੇ ਆਏ ਨਾ 4 ਸਾਲ ਵਾਸਤੇ, 5 ਸਾਲ ਵਾਸਤੇ, ਕਦੋਂ ਆਏ ਹੈ? ਮੈਂ ਤੇ 2003 ਦਾ ਉੱਥੇ ਬੈਠਿਆ ਹੋਇਆ। ਮੈਂ ਉਦੋਂ ਦਾ ਬੈਠਿਆ ਜਦੋਂ ਅਟਲ ਬਿਹਾਰੀ ਵਾਜਪਾਈ ਜੀ ਨੇ ਉੱਥੇ ਉਹ ਬਣਵਾਈ ਸੀਗੀ, ਕੀ ਕਹਿੰਦੇ ਨੇ, ਲਾਈਨ ਆਫ ਕੰਟਰੋਲ ਦੀ ਫੈਂਸਿੰਗ ਕਰਾਈ ਸੀਗੀ। ਮੈਂ ਉਦੋਂ ਦਾ ਬੈਠਿਆ ਜਦੋਂ ਮਨਮੋਹਨ ਸਿੰਘ ਜੀ ਉੱਥੇ ਲੋਕਾਂ ਨੂੰ ਕਹਿੰਦੇ ਸੀ ਰਾਊਂਡ ਟੇਬਲ ਕਾਨਫਰੰਸ ਦੇ ਵਾਸਤੇ ਆਓ, ਉਹ ਨਹੀਂ ਸੀ ਆਉਂਦੇ। ਮੈਂ ਉਦੋਂ ਦਾ ਬੈਠਿਆ ਜਦੋਂ ਬੁਰਹਾਨ ਵਾਨੀ ਦੇ ਨਾਲ 23 ਟੈਰਰਿਸਟ ਦੀ ਫੋਟੋਗ੍ਰਾਫ ਆਈ ਹੋਈ ਸੀਗੀ ਜਗ੍ਹਾ ਦੇ ਵਿੱਚ। ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਸ਼ਮੀਰ ਦਾ ਸਤਿਆਨਾਸ਼ ਕਰ ਦੇਵਾਂਗੇ। ਹੈ, ਮੈਂ ਤੇ ਉਸ ਚੀਜ਼ਾਂ ਦੇਖੀਆਂ ਨੇ ਜਿਹੜੀਆਂ ਦੂਸਰੇ ਪ੍ਰਾਈਮ ਮਿਨਿਸਟਰਸ ਨੇ ਦੇਖੀਆਂ ਨੇ, ਜਿਹੜੀਆਂ ਬਹੁਤ ਜ਼ਿਆਦਾ ਸੀਗਾ। ਇਹ ਛੋਟਾ ਜਿਹਾ ਇੱਕ ਟਾਈਮ ਲੈ ਕੇ ਪੁਲਵਾਮਾ, ਬਾਲਾਕੋਟ ਤੇ 3 ਚੀਜ਼ਾਂ ਲੈ ਕੇ ਤੇ ਤੁਸੀਂ ਹਾਊ ਕੈਨ ਯੂ ਮੇਕ ਗਵਰਨਮੈਂਟ ਪਾਲਿਸੀਜ਼ ਲਾਈਕ ਦੈਟ ਔਰ ਨੈਸ਼ਨਲ ਪਾਲਿਸੀਜ਼ ਲਾਈਕ ਦੈਟ? ਅਸੀਂ ਸਾਰੇ ਕਸ਼ਮੀਰੀਜ਼ ਨੂੰ ਪ੍ਰੋਟੈਕਟ ਕੀਤਾ ਇੰਡੀਆ ਨੇ, ਤੇ ਅਸੀਂ ਉਹਨਾਂ ਨੂੰ ਇਸ ਵਾਸਤੇ ਕੀਤਾ ਕਿਉਂਕਿ ਉਹ ਸਾਡੇ ਬ੍ਰਦਰਸ ਨੇ, ਸਾਡੇ ਭਰਾ ਨੇ, ਸਾਡੇ ਕੋ ਸਿਟੀਜ਼ਨਸ ਨੇ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਸਿਚੁਏਸ਼ਨ ਹੈ ਇਸ ਵੇਲੇ
ਕਸ਼ਮੀਰ ਦੇ ਵਿੱਚ ਬਹੁਤ ਸਟੇਬਲ ਹੈ। ਤੁਸੀਂ ਉੱਥੇ ਜਾ ਕੇ ਦੇਖ ਕੇ ਆਓ ਤੇ ਹੋ ਕੀ ਰਿਹਾ, ਕਿੰਨੀ ਫਾਸਟ ਪੇਸਡ ਉੱਥੇ ਡਿਵੈਲਪਮੈਂਟ ਹੋ ਰਹੀ ਹੈ, ਕਿਹੜੀਆਂ ਚੀਜ਼ਾਂ ਹੋ ਰਹੀਆਂ ਨੇ। ਕੋਈ ਉੱਥੇ ਇਸ ਵੇਲੇ ਕੋਈ ਸਟੋਨ ਪੈਲਟਿੰਗ ਹੈ ਨਹੀਂ। ਸਤਿਆਪਾਲ ਮਲਿਕ ਜੀ ਨੂੰ ਕੀ ਪਤਾ ਕਿਹੜੇ ਤਰੀਕੇ ਨਾਲ ਪੈਲਟਿੰਗ ਹੁੰਦੀ ਸੀ 2008 ਤੋਂ 2010 ਤੱਕ। ਮਲਿਕ ਸਾਹਿਬ ਨੂੰ ਤੁਸੀਂ ਕਾਊਂਟਰ ਕਿਉਂ ਨਹੀਂ ਕਰ ਪਾ ਰਹੇ ਉਸ ਪੱਧਰ ਨਹੀਂ, ਤੇ? ਕਾਊਂਟਰ ਹੁਣ ਇੱਕ ਬੰਦਾ ਅਗਰ ਜਾ ਕੇ ਤੇ ਬੋਲਣਾ ਸ਼ੁਰੂ ਕਰ ਦੇ, ਕਦੀ ਇੱਕ ਟੀਵੀ 'ਚ ਆ ਜਾਏ, ਦੂਸਰੀ ਜਗ੍ਹਾ 'ਚ ਆ ਜਾਏ, ਹੁਣ ਉਹਨੂੰ ਕਿੱਥੇ ਕਿੱਥੇ ਕਾਊਂਟਰ ਕਰੀਏ। ਉਹ ਬੋਲਦਾ ਰਹੇ। ਜੋ ਗਵਰਨਮੈਂਟਸ ਨੇ ਕਰਨਾ ਉਹ ਗਵਰਨਮੈਂਟਸ ਨੇ ਕਰਨਾ, ਜੋ ਕਾਂਗਰਸ ਨੇ ਕਰਨਾ ਸੀਗਾ ਉਹ ਕਾਂਗਰਸ ਨੇ ਕੀਤਾ। ਮੇਰੀ ਕਿਤਾਬ ਪੜ੍ਹ ਲਓ ਦ ਟਾਈਡ ਟਰਨਸ, ਉਹ ਸਾਰੀ ਮਨਮੋਹਨ ਸਿੰਘ ਦੇ ਟਾਈਮ ਦੀ ਸਾਰੇ ਚਿੱਠਾ ਲਿਖ ਦਿੰਦੀ ਹੈ ਕਿ ਕਿਹੜੇ ਤਰੀਕੇ ਨਾਲ ਉਹਨਾਂ ਦੇ ਉੱਤੇ ਪ੍ਰੈਸ਼ਰ ਸੀਗਾ, ਕਿਹੜੇ ਤਰੀਕੇ ਨਾਲ ਠੀਕ ਕੀਤਾ। ਚਲੋ, ਸੋ ਇਹ ਗੱਲਾਂ ਨਹੀਂ ਨੇ। ਠੀਕ ਹੈ, ਮੈਂ ਡਿਸਪਲਿਨ ਦੀ ਗੱਲ ਕਰ ਰਿਹਾ ਸੀਗਾ। ਉਹ ਵੀ ਡਿਸਪਲਿਨ ਵਿੱਚ ਹੀ ਹੁੰਦਾ, ਜਿਹੜਾ ਸਵਾਲ ਤੁਸੀਂ ਰੇਜ਼ ਕੀਤਾ ਹੈ ਵੀ ਉਹਨਾਂ ਨੂੰ ਪਬਲਿਕ ਡੋਮੇਨ ਵਿੱਚ ਨਹੀਂ ਕਹਿਣਾ ਚਾਹੀਦਾ ਸੀਗਾ, ਪਰ ਹੋ ਸਕਦਾ ਉਹਨਾਂ ਨੇ ਇੰਟਰਨਲੀ ਤੁਹਾਡੇ ਕੋਲ ਗੱਲ ਕੀਤੀ ਹੋਵੇ। ਉਹਨਾਂ ਨੂੰ ਪਤਾ ਹੈ ਕਿ ਜਦੋਂ ਸਾਡੇ ਬੰਦੇ ਜੇ ਇੱਕ 2-3 ਜਵਾਨਾਂ ਦਾ ਬੀਹੈਡ ਕਰਕੇ ਉਹਨਾਂ ਨੂੰ ਉੱਥੇ ਫੁੱਟਬਾਲ ਖੇਲਿਆ ਸੀਗਾ, ਡਜ਼ ਹੀ ਨੋ ਅਬਾਊਟ ਦੈਟ? ਡਜ਼ ਹੀ ਨੋ ਅਬਾਊਟ ਦੈਟ? ਹੀ ਨੋਜ਼ ਨਥਿੰਗ। ਉਹਨਾਂ ਨੂੰ ਪਤਾ ਹੈ ਕਿ ਜਦੋਂ ਇੱਕ ਟਾਈਮ ਸੀਗਾ ਜਦੋਂ ਇੱਕ ਛੋਟੀ ਜਿਹੀ ਬੱਚੀ ਨੂੰ ਚੱਕ ਕੇ ਤੇ ਉਹਨੂੰ ਧੋਖ ਦੇ ਵਿੱਚ ਸੁੱਟ ਦਿੱਤਾ ਸੀ ਟੈਰਰਿਸਟ ਨੇ ਮਾਰਨ ਵਾਸਤੇ। ਨਹੀਂ, ਤੁਹਾਨੂੰ ਲੱਗਦਾ ਕਿ ਮਲਿਕ ਸਾਹਿਬ ਐਕਸਟੋਰਸ਼ਨ ਦੇ ਵਿੱਚ ਮਲਿਕ ਸਾਹਿਬ ਸਿਰ ਪੋਲਿਟਿਕਸ ਕਰਦੇ ਪਏ? 100%, ਐਂਡ ਉਹ ਵੀ ਆਫ ਅ ਪਾਰਟਿਕੂਲਰ ਸਮਾਲ ਲਿਟਲ ਟਾਈਮ। ਚਲੋ, ਮੈਂ ਡਿਸਪਲਿਨ ਦੀ ਗੱਲ ਕਰ ਰਿਹਾ ਸੀਗਾ। ਅਗਨੀਵੀਰ ਪਲਾਨ ਆਇਆ, ਤੁਸੀਂ ਉਹਨੂੰ ਬਹੁਤ ਡਿਫੈਂਡ ਕੀਤਾ ਉਸ ਪਲਾਨ ਨੂੰ। ਇੱਕ ਆਰਮੀ ਦੇ ਨਾਲ ਡਿਸਪਲਿਨ ਜ਼ਿੰਦਗੀ ਭਰ ਜੁੜਿਆ ਰਹਿੰਦਾ। ਤੁਸੀਂ 30 ਸਾਲ ਸਰਵਿਸ ਕੀਤੀ ਹੈ, 2 ਸਾਲ ਪਹਿਲਾਂ ਤੁਸੀਂ VRS ਲੈ ਲਈ, ਤੁਸੀਂ ਬਹੁਤ ਸਾਲ ਸੇਵਾ ਕੀਤੀ ਹੈ, ਤੁਸੀਂ ਅੱਜ ਤੱਕ ਡਿਸਪਲਿਨ ਵਿੱਚ ਬੰਨੇ ਹੋਏ ਹੋ। ਅਗਨੀਵੀਰ ਦਾ ਜਿਹੜਾ ਕਾਰਜਕਾਲ ਹੈ ਉਹਨਾਂ ਲੰਬਾ ਨਹੀਂ ਹੋਊਗਾ, ਉਹ ਉਸ ਡਿਸਪਲਿਨ ਵਿੱਚ ਕਿਵੇਂ ਰਹੂਗਾ? ਗੱਲ ਨਹੀਂ ਸਮਝ ਆ ਰਹੀ ਸਰ ਲੋਕਾਂ ਨੂੰ। ਇਹ ਕੀ ਮਤਲਬ ਦ ਬੇਸਿਕ ਕਨਸੈਪਟ ਜਿਹੜਾ ਇਹ ਬਣਾ ਰਹੇ ਨੇ ਕਿ ਜਿਹੜਾ ਅਗਨੀਵੀਰ ਹੈ ਉਹ ਸਾਰੀ ਜ਼ਿੰਦਗੀ ਅਗਨੀਵੀਰ ਹੀ ਰਹੇਗਾ। ਅਗਨੀਵੀਰ ਸਾਰੀ ਜ਼ਿੰਦਗੀ ਅਗਨੀਵੀਰ ਨਹੀਂ ਰਹੇਗਾ। 4 ਸਾਲ ਦੇ ਬਾਅਦ ਜਿਹੜਾ ਉਹਨਾਂ ਵਿੱਚੋਂ ਪਰਮਾਨੈਂਟ ਚਲਾ ਜਾਏਗਾ ਇਨਟੂ ਦ ਪਰਮਾਨੈਂਟ ਆਰਮੀ, ਹੀ ਵਿਲ ਨੋ ਲੋਂਗਰ ਬੀ ਐਨ ਅਗਨੀਵੀਰ, ਹੀ ਵਿਲ ਬੀ ਅ ਪਰਮਾਨੈਂਟ ਮੈਂਬਰ ਆਫ ਦੀ ਇੰਡੀਅਨ ਆਰਮੀ। ਨਹੀਂ, ਮੈਂ ਤਾਂ ਉਹ ਕਹਿ ਰਿਹਾ ਜਿਹੜੇ ਬਾਹਰ ਆ ਜਾਣਗੇ। ਨਹੀਂ, ਜਿਹੜੇ ਬਾਹਰ ਆ ਜਾਣਗੇ, ਦੇਖੋ ਉਹ ਜਾ ਰਹੇ ਨੇ ਉੱਥੇ, ਉਹ ਇੱਕ ਪਹਿਲੀ ਗੱਲ ਤੇ ਵੋਲੰਟਰੀ ਜਾ ਰਹੇ ਨੇ ਹੈ, ਤੇ ਉਹ ਇਹ ਸੋਚ ਕੇ ਜਾ ਰਹੇ ਨੇ ਕਿ ਸਾਨੂੰ ਕੋਈ ਨਾ ਕੋਈ ਤੇ ਮੈਂ ਸਵਾਲ ਸਿੱਧਾ ਕਰਦਾ ਕਰਨਾ ਸਾਹਿਬ, ਮੈਂ ਸਵਾਲ ਸਿੱਧਾ ਕਰਦਾ। ਜਿਵੇਂ ਹੁਣ ਤੁਹਾਨੂੰ ਅਸੀਂ ਬੁਲਾਉਂਦੇ ਆ, ਫੌਜੀ ਸਾਹਿਬ ਕਹਿੰਦੇ ਆ ਜਾਂ ਕਰਨਲ ਸਾਹਿਬ ਕਹਿੰਦੇ ਆ, ਉਹਨਾਂ ਨੂੰ ਕੋਈ ਐਵੇਂ ਨਹੀਂ ਕਹੂਗਾ ਸਰ, ਨਾ ਉਸ ਡਿਸਪਲਿਨ ਵਿੱਚ ਉਹ ਆਪਦੇ ਆਪ ਨੂੰ ਪੇਸ਼ ਕਰ ਸਕਣਗੇ। ਸਰ ਮੇਰਾ ਸਵਾਲ ਹੈ ਸਿੰਘ ਜੀ, ਮੈਂ ਤੁਹਾਨੂੰ ਦੱਸ ਦਵਾਂ, ਇਹ ਜਿਹੜਾ ਕਨਸੈਪਟ ਹੈ ਨਾ ਅਗਨੀਵੀਰ ਦਾ, ਇਸ ਤਰੀਕੇ ਦੇ ਨਾਲ ਜਿਹੜੀ ਕਨਸਕ੍ਰਿਪਸ਼ਨ ਹੈਗੀ ਹੈ ਉਹ ਸਿਰਫ ਇਹ ਪਹਿਲੀ ਵਾਰੀ ਇੰਡੀਅਨ ਆਰਮੀ 'ਚ ਨਹੀਂ ਹੋ ਰਹੀ, ਬਾਕੀ ਦੂਸਰੀਆਂ ਕੰਟਰੀਜ਼ 'ਚ ਵੀ ਹੁੰਦੀ ਹੈ। ਤੇ ਸਾਡੀ ਆਰਮੀ ਦੇ ਵਿੱਚ ਵੀ ਸਿਮਿਲਰ ਕਾਈਂਡ ਆਫ ਕਨਸਕ੍ਰਿਪਸ਼ਨ ਜਿਹੜੀ ਹੈ ਉਹ ਐਮਰਜੈਂਸੀ ਕਮਿਸ਼ਨ ਤੇ ਸ਼ਾਰਟ ਸਰਵਿਸ ਕਮਿਸ਼ਨ 'ਚ ਆਫਸਰਸ ਦੇ ਨਾਲ ਹੈਗੀ ਸੀਗੀ। ਤੁਸੀਂ ਜਸਟੀਫਾਈ ਕਰਦੇ ਹੋ ਇਸ ਨੂੰ? ਨਹੀਂ, ਦੇਖੋ ਇਟਸ ਅ ਪਾਲਿਸੀ। ਚਲੋ, ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂ। ਚਲੋ, ਕਰਨਲ ਸਾਹਿਬ ਸਾਡੇ ਨਾਲ ਬੈਠੇ ਆ। ਪਾਲਿਸੀ ਹੈ ਇਹ। ਪਾਲਿਸੀ ਦਾ ਮਹੱਤਵ ਕੀ ਹੁੰਦਾ ਹੈ, ਪਾਲਿਸੀ ਦਾ ਮਤਲਬ ਕੀ ਹੁੰਦਾ ਹੈ? ਜਦੋਂ ਪੰਜਾਬ ਸਰਹੱਦੀ ਸੂਬਾ ਹੋਵੇ ਤੇ ਉਦੋਂ ਬੀਜੇਪੀ ਦਾ ਪਲਾਨ ਕੀ ਹੁੰਦਾ ਹੈ, ਤੇ ਜੋ ਜੰਮੂ ਕਸ਼ਮੀਰ ਦੇ ਵਿੱਚ ਐਡੀ ਜ਼ਿਆਦਾ ਫੋਰਸ ਲਾਈ ਹੋਵੇ ਤੇ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੋਵੇ, ਉਦੋਂ ਪੰਜਾਬ ਸਵਾਲ ਇਹ ਕਰਦਾ ਹੈ ਕਿ ਸਾਡੇ ਲਾਂਘੇ ਖੁੱਲ੍ਹ ਸਕਦੇ ਨਹੀਂ ਖੁੱਲ੍ਹ ਸਕਦੇ, ਕਿਉਂਕਿ ਕਰਨਲ ਸਾਹਿਬ ਪੰਜਾਬ ਨਾਲ ਸੰਬੰਧ ਰੱਖਦੇ ਆ। ਗੁਰਦਾਸਪੁਰ ਜ਼ਿਲ੍ਹੇ ਵਿੱਚ ਇਹਨਾਂ ਦਾ ਜਨਮ ਹੋਇਆ, ਉਹ ਵੀ ਸਰਹੱਦੀ ਖੇਤਰ ਹੈ, ਤੇ ਸਰਹੱਦੀ ਖੇਤਰ ਵਿੱਚ ਜਨਮ ਤੇ ਉਸ ਤੋਂ ਬਾਅਦ ਸਰਹੱਦੀ ਸੁਰੱਖਿਆ ਦੇ ਵਿੱਚ 30 ਸਾਲ ਇਹਨਾਂ ਨੇ ਬਿਤਾਇਆ, ਤੇ ਇਹਨਾਂ ਤੋਂ ਸਵਾਲ ਤਾਂ ਹੋਣਗੇ। ਵਾਪਸ ਆ ਰਹੇ। ਮੁੜ ਤੋਂ ਤੁਹਾਡਾ ਸਵਾਗਤ। ਕਰਨਲ ਜੈਬੰਦ ਸਿੰਘ, ਮੈਂ ਉਮੀਦ ਕਰਦਾ ਕਿ ਜਿਹੜੇ ਸਵਾਲਾਂ ਦਾ ਜਵਾਬ ਤੁਸੀਂ ਹੁਣ ਦਿਓਗੇ। ਥਕਾਤਾ ਤੁਸੀਂ ਮੈਨੂੰ ਸਵਾਲ ਪੁੱਛ ਨਹੀਂ, ਫੌਜੀ ਕਦੇ ਥੱਕਦਾ ਨਹੀਂਗਾ। ਕਰਨਲ ਸਾਹਿਬ, ਪੰਜਾਬ ਦੇ ਵਿੱਚ ਇੱਕ ਸਵਾਲ ਬਹੁਤ ਇਸ ਵਕਤ ਖੜਾ ਹੋਇਆ ਹੈ ਵੀ ਜਦੋਂ ਦੀ ਸੈਂਟਰ ਵਿੱਚ ਬੀਜੇਪੀ ਆਈ ਹੈ ਜਾਂ ਜਦੋਂ ਦਾ ਅਕਾਲੀ ਦਲ ਨਾਲ ਅਲਾਇੰਸ ਟੁੱਟਿਆ, ਉਸ ਤੋਂ ਬਾਅਦ ਬੀਜੇਪੀ ਦਾ ਪਲਾਨ ਇਹੋ ਜਿਹਾ ਕਿ ਸਰਹੱਦੀ ਸੂਬੇ ਨੂੰ ਅਸੀਂ ਆਪਣੇ ਤਰੀਕੇ ਨਾਲ ਡੀਲ ਕਰੀਏ। ਖਾਸ ਕਰਕੇ ਕਿਸਾਨ ਅੰਦੋਲਨ ਤੋਂ ਬਾਅਦ ਇਹ ਸਵਾਲ ਹੈ ਜਿਹੜਾ ਕਿਸਾਨ ਤੇ ਜਵਾਨ ਵਾਲਾ ਸਵਾਲ ਹੈ, ਵੱਡਾ ਹੁੰਦਾ ਜਾ ਰਿਹਾ। ਕਰਨਲ ਸਾਹਿਬ, ਪੰਜਾਬ ਇਹ ਸਵਾਲ ਕਰਦਾ ਪਿਆ ਜਿਵੇਂ ਜੰਮੂ ਕਸ਼ਮੀਰ ਵਿੱਚ ਤੁਸੀਂ ਕੀਤਾ ਹੈ, ਪੰਜਾਬ ਵਿੱਚ ਇਹੋ ਜਿਹਾ ਪਲਾਨ ਤਾਂ ਨਹੀਂ ਕਿਤੇ? ਕੀ ਕੀਤਾ ਸੀ ਜੰਮੂ ਕਸ਼ਮੀਰ 'ਚ? ਵਾਟ ਹੈਵ ਵੀ ਡਨ? ਕਿਹੜੀ ਮਤਲਬ ਅਨਕਨਸਟੀਟਿਊਸ਼ਨਲ ਚੀਜ਼ ਅਸੀਂ ਜੰਮੂ ਕਸ਼ਮੀਰ 'ਚ ਕਰ ਦਿੱਤੀ ਤੇ ਉਹਦੇ ਕਿਹੜੇ ਰੈਪਰਕਸ਼ਨ ਹੋ ਗਏ ਜਿਹਦੇ ਨਾਲ ਕਿਸੇ ਨੂੰ ਡਰਨਾ ਪਏਗਾ? ਆਰਟੀਕਲ 370 ਵਾਜ਼ ਅ ਟੈਂਪਰੇਰੀ ਲੈਜਿਸਲੇਸ਼ਨ। ਆਰਟੀਕਲ 35A ਵਾਜ਼ ਰੋਂਗਲੀ ਇੰਟਰੋਡਿਊਸਡ ਇਨਟੂ ਦ ਪਾਰਲੀਮੈਂਟ। ਅਸੀਂ ਉਹਨਾਂ ਨੂੰ ਉੱਥੋਂ ਦੀ ਰਿਮੂਵ ਕਰਕੇ ਤੇ ਉਸ ਏਰੀਆ ਨੂੰ ਇੱਕ ਡਰੈਕੋਨੀਅਨ ਲਾਅ ਤੋਂ ਲਿਬਰੇਟ ਕੀਤਾ। ਮੈਂ ਤੁਹਾਨੂੰ ਆਪੋਜੀਸ਼ਨ ਦਾ ਸਵਾਲ ਦੱਸ ਦਿੰਦਾ ਵੀ ਕਿਉਂ ਆਪੋਜੀਸ਼ਨ ਇਹ ਸਵਾਲ ਖੜਾ ਕਰਦੀ ਪਈ ਹੈ। ਉਹ ਕਹਿੰਦੇ ਵੀ
ਇਸ ਤੋਂ ਪਹਿਲਾਂ ਕਿਸੇ ਵੀ ਗਵਰਨਰ ਨੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਵਿੱਚ ਇਉਂ ਦੌਰੇ ਨਹੀਂ ਕੀਤੇ ਸੀਗੇ। ਜਦੋਂ ਗਵਰਨਰ ਸਾਹਿਬ ਜਾ ਕੇ ਬਿਆਨ ਦੇਣ ਕਿ ਸਰਜੀਕਲ ਸਟ੍ਰਾਈਕ ਕਰ ਦਿਓ ਪਾਕਿਸਤਾਨ ਦੇ ਖਿਲਾਫ ਨਸ਼ੇ ਦੇ ਮਾਮਲੇ ਦੇ ਉੱਤੇ, ਕੀ ਇਹ ਜਸਟੀਫਾਈ ਹੈ, ਬਿਆਨ ਦੇਣੇ ਚਾਹੀਦੇ? ਪਹਿਲੀ ਗੱਲ ਦੋ ਚੀਜ਼ਾਂ ਨੇ, ਇੱਕ ਤੇ ਸਰਹੱਦੀ ਦੌਰੇ ਮੈਨੂੰ ਤੇ ਸਮਝ ਨਹੀਂ ਆਉਂਦੇ ਕਿ ਪਹਿਲੇ ਗਵਰਨਰ ਨੇ ਕਿਉਂ ਨਹੀਂ ਕੀਤੇ, ਕਰਨੇ ਚਾਹੀਦੇ ਸੀਗੇ। ਅੱਛਾ, ਤੁਸੀਂ ਸਰਹੱਦੀ ਦੌਰਿਆਂ ਦੀ ਗੱਲ ਕਰ ਰਹੇ ਹੋ, ਸਾਡੇ ਗਵਰਨਰ ਸਾਹਿਬ ਤੇ ਸਰਹੱਦੀ ਦੌਰੇ ਕਰ ਰਹੇ ਨੇ। ਵੀਪੀ ਸਿੰਘ ਬਦਨੌਰ ਜੀ ਨੇ ਮਿਲਟਰੀ ਲਿਟਰੇਚਰ ਫੈਸਟੀਵਲਸ 3 ਵਾਰ ਕਰਵਾਈਆਂ ਨੇ, ਜਿਹਦੇ ਵਿੱਚ ਸਾਰੇ ਪ੍ਰਦੇਸ਼ ਤੇ ਨੈਸ਼ਨਲ ਸਟ੍ਰੈਟੇਜਿਕ ਇਸ਼ੂਜ਼ ਵੱਡੇ ਲੋਕਾਂ ਨੇ ਆ ਕੇ ਡਿਸਕਸ ਕੀਤੇ ਨੇ। ਇੱਥੇ ਚੰਡੀਗੜ੍ਹ 'ਚ ਹੋਈਆਂ ਨੇ ਨਾ ਮਿਲਟਰੀ ਲਿਟਰੇਚਰ ਬਿਲਕੁਲ, ਮੈਂ ਅਟੈਂਡ ਕੀਤੇ। ਹਾਂ, ਸੋ ਦੇਅਰਫੋਰ ਗਵਰਨਰ ਨੂੰ ਆਪਣੇ ਏਰੀਏ ਦੇ ਬਾਰੇ ਪੂਰੀ ਜਾਣਕਾਰੀ ਲੈਣੀ ਤੇ ਆਪਣੇ ਏਰੀਏ ਦੇ ਜੋ ਪ੍ਰੋਬਲਮਸ ਹੈਗੇ ਨੇ ਉਹਨਾਂ ਨੂੰ ਹਾਈਲਾਈਟ ਕਰਨਾ ਬਹੁਤ ਜ਼ਰੂਰੀ ਹੈ। ਐਸ ਫਾਰ ਐਜ਼ ਦ ਸਰਜੀਕਲ ਸਟ੍ਰਾਈਕ ਇਜ਼ ਕੰਸਰਨਡ, ਉਹ ਤੁਸੀਂ ਸੋਚ ਲਓ ਕਿ ਇੱਕ ਸਟੇਟਮੈਂਟ ਹੈਗੀ ਸੀਗੀ ਉਹਨਾਂ ਦੇ ਕਹਿਣ ਦੇ ਨਾਲ, ਤੇ ਐਸਾ ਤੇ ਨਹੀਂ ਹੈ ਕਿ ਇੰਡੀਅਨ ਆਰਮੀ ਜਾਂ BSF ਜਿਹੜੀ ਹੈ ਦੌੜਦੀ ਚਲੇ ਜਾਏਗੀ। ਨਹੀਂ, ਸਟੇਟਮੈਂਟ ਦੇਣੀ ਚਾਹੀਦੀ ਸੀ ਉਹ। I will tell you one thing. ਤੁਸੀਂ ਉਹ ਸਟੇਟਮੈਂਟ ਨੂੰ I will tell you one thing very straight. ਜਿੱਦਣ ਪਾਕਿਸਤਾਨ ਨੇ ਕੋਈ ਐਸਾ ਮਿਸ ਐਡਵੈਂਚਰ ਕਰ ਦਿੱਤਾ, whether it is in Punjab or it is in J&K or it is in Jammu or it is in Kashmir, ਇੱਕ ਐਸਾ ਮਿਸ ਐਡਵੈਂਚਰ ਕਰ ਦਿੱਤਾ ਜੋ ਪਾਕਿਸਤਾਨ ਨੂੰ ਨਹੀਂ ਕਰਨਾ ਚਾਹੀਦਾ, ਇੰਡੀਆ ਰਿਟੈਲੀਏਟ ਕਰੇਗਾ। ਇੰਡੀਆ ਸਰਜੀਕਲ ਸਟ੍ਰਾਈਕ ਕਰੂਗਾ, ਇੰਡੀਆ ਰਿਟੈਲੀਏਟ ਕਰੇਗਾ। ਹਰ ਇੱਕ ਚੀਜ਼ ਸਰਜੀਕਲ ਸਟ੍ਰਾਈਕ ਨਹੀਂ ਹੁੰਦੀ ਹੈ। ਤੁਸੀਂ ਗਵਰਨਰ ਸਾਹਿਬ ਦੇ ਬਿਆਨ ਦੇ ਨਾਲ ਸਟੈਂਡ ਕਰਦੇ ਹੋ ਜਾਂ ਨਹੀਂ ਸਰ? ਉਹ ਇਹ ਕਹਿੰਦੇ ਨੇ ਕਿ ਇਹ ਡਰੱਗਸ ਨੂੰ ਰੋਕਣ ਵਾਸਤੇ ਉੱਥੋਂ ਦੀ ਸਰਜੀਕਲ ਸਟ੍ਰਾਈਕ ਕਰਨੀ ਹੈ, ਉਹ ਉਹਨਾਂ ਦਾ ਵਿਅਕਤੀਗਤ ਹੈਗਾ। ਬਟ ਇੰਡੀਆ ਆਪਣੇ ਆਪ ਨੂੰ ਸੇਫ ਕਰਨ ਵਾਸਤੇ, ਸਿਕਿਉਰ ਕਰਨ ਵਾਸਤੇ, ਆਪਣੀ ਸਿਕਿਉਰਿਟੀ ਨੂੰ ਕਾਇਮ ਰੱਖਣ ਵਾਸਤੇ ਜਦੋਂ ਸੋਚੇਗਾ ਕਿ ਵੀ ਨੀਡ ਟੂ ਕੰਟੇਨ ਪਾਕਿਸਤਾਨ, ਇੰਡੀਆ ਐਟਲੀਸਟ ਇਹ ਵਾਲੀ ਗਵਰਨਮੈਂਟ ਤੇ ਸੰਕੋਚ ਨਹੀਂ ਕਰੇਗੀ। ਇਹਨੇ ਇਹ ਚੀਜ਼ ਪੂਰੀ ਦੁਨੀਆ ਨੂੰ ਬਹੁਤ ਅੱਛੀ ਤਰ੍ਹਾਂ ਨਾਲ ਕਲੀਅਰ ਕਰ ਦਿੱਤੀ ਹੋਈ ਹੈ। ਤੇ ਉਹ ਕਿਤਰੇ ਵੀ ਹੋ ਸਕਦਾ ਹੈ, ਰਾਜਸਥਾਨ 'ਚ ਹੋ ਸਕਦਾ ਹੈ, J&K 'ਚ ਹੋ ਸਕਦਾ ਹੈ, ਗੁਜਰਾਤ 'ਚ ਹੋ ਸਕਦਾ ਹੈ, ਪੰਜਾਬ 'ਚ ਹੋ ਸਕਦਾ ਹੈ। ਵੇਅਰ ਐਵਰ ਪਾਕਿਸਤਾਨ ਗੋਜ਼ ਫॉर ਅ ਮਿਸ ਐਡਵੈਂਚਰ ਜੋ ਕਿ ਐਕਸੈਪਟੇਬਲ ਨਹੀਂ ਹੈ, ਪਾਕਿਸਤਾਨ ਵਿਲ ਹੈਵ ਟੂ ਪੇ ਫॉर ਇਟ। ਚਲੋ, ਮੈਨੂੰ ਇੱਕ ਚੀਜ਼ ਹੋਰ ਦੱਸੋ, ਜਿਹੜਾ ਇੱਕ ਐਕਸਪ੍ਰੈਸ ਵੇ ਦਾ ਜ਼ਿਕਰ ਹੋ ਰਿਹਾ ਹੁਣ, ਪਹਿਲਾਂ ਇਹ ਸੋਚਿਆ ਜਾਂਦਾ ਸੀਗਾ, ਜਦੋਂ ਸਾਡੇ ਵੱਡੇ ਵਡੇਰੇ ਅਸੀਂ ਉਹਨਾਂ ਤੋਂ ਸੁਣਦੇ ਸੀਗੇ, ਉਹ ਕਹਿੰਦੇ ਵੀ ਰਸਤੇ ਬਣਾਉਣ ਲੱਗਿਆਂ ਜਾਂ ਸੜਕਾਂ ਕੱਢਣ ਲੱਗਿਆਂ ਜਾਂ ਰੇਲ ਲਾਈਨਾਂ ਕੱਢਣ ਲੱਗਿਆਂ ਇਹ ਸੋਚਿਆ ਜਾਂਦਾ ਕਿ ਅਸੀਂ ਕੰਟੋਨਮੈਂਟ ਏਰੀਏ ਦੇ ਨਾਲ ਕਿੰਨਾ ਜਾਣਾ। ਤੁਹਾਨੂੰ ਲੱਗਦਾ ਕਿ ਹੁਣ ਜਿਹੜਾ ਇਹ ਸਾਰਾ ਐਕਸਪ੍ਰੈਸ ਵੇ ਕੱਢਿਆ ਜਾ ਰਿਹਾ, ਉਹਨਾਂ ਜਿਹੜੀਆਂ ਸਾਡੀਆਂ ਸਰਹੱਦੀ ਸੀਮਾਵਾਂ ਜਿਹੜੀਆਂ, ਉਹਨਾਂ ਦੇ ਉੱਤੇ ਕੋਈ ਕੁਐਸਚਨ ਮਾਰਕ ਤਾਂ ਨਹੀਂ ਖੜਾ ਹੋਊਗਾ, ਜਾਂ ਉਹਨਾਂ ਨੂੰ ਹੋਰ ਤਰੀਕੇ ਨਾਲ ਸਟਰੈਂਥਨ ਕਰਨਾ ਪਊਗਾ? ਕਿਉਂਕਿ ਜਿਸ ਤਰੀਕੇ ਨਾਲ ਅਸੀਂ ਵਪਾਰ ਕਰਨਾ ਹੈ ਸਾਰਾ, ਮੈਂ ਉਹ ਜਾਣਨਾ ਚਾਹੁੰਦਾ ਤੁਹਾਡੇ ਤੋਂ। ਸਾਡੇ ਵਾਸਤੇ ਤਾਂ ਚੰਗਾ ਹੈ, ਜਿੰਨੀਆਂ ਅੱਛੀਆਂ ਸੜਕਾਂ ਬਣਨਗੀਆਂ ਉਨੀ ਤੇਜ਼ ਮਿਲਟਰੀ ਮੂਵਮੈਂਟ ਹੋਏਗੀ। ਸਾਡੇ ਕੋਲ ਜਿੰਨੀਆਂ ਜ਼ਿਆਦਾ ਸੜਕਾਂ ਹੋਣਗੀਆਂ, ਜਿੰਨੀਆਂ ਜ਼ਿਆਦਾ ਆਪਸ਼ਨਸ ਹੋਣਗੀਆਂ, ਜਿੰਨੇ ਜ਼ਿਆਦਾ ਬ੍ਰਿਜਸ ਹੋਣਗੇ, ਓਡੀ ਤੇਜ਼ ਸਾਡੀ ਮਿਲਟਰੀ ਮੂਵਮੈਂਟ ਹੋਏਗੀ। ਜਦੋਂ ਸਾਨੂੰ ਜ਼ਰੂਰਤ ਪਏਗੀ ਤੇ ਸਾਡੀ ਜਿਹੜੀ ਕੋਲਡ ਸਟਾਰ ਡਾਕਟਰੀਨ ਹੈ ਉਹ ਓਡੀ ਜ਼ਿਆਦਾ ਸਟਰੈਂਥਨ ਹੋ ਜਾਏਗੀ। ਸੋ ਅਸੀਂ ਤੇ ਹਮੇਸ਼ਾ ਕਹਿੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਸੜਕਾਂ ਬਣਾਓ, ਚੰਗੀਆਂ ਸੜਕਾਂ ਬਣਾਓ। ਇਨਫੈਕਟ ਜਦੋਂ ਸੜਕਾਂ 'ਚ ਖੱਡੇ ਪੈ ਜਾਂਦੇ ਨੇ, ਗੱਡੇ ਪੈ ਜਾਂਦੇ ਨੇ, ਕੋਈ ਪਨਾਲੀ ਕੱਟ ਲੈਂਦਾ ਹੈ, ਕੋਈ ਕੈਨਾਲ ਆ ਜਾਂਦੀ ਹੈ, ਉਦੋਂ ਸਾਨੂੰ ਟੈਨਸ਼ਨ ਹੁੰਦੀ ਹੈ। ਤੁਹਾਨੂੰ ਇਹ ਚੰਗਾ ਡਿਸੀਜਨ ਲੱਗਦਾ? ਬਿਲਕੁਲ, ਵੀ ਨੀਡ ਐਜ਼ ਮੈਨੀ ਰੋਡਸ ਐਜ਼ ਪੋਸੀਬਲ। ਚਲੋ, ਇਹ ਪਸ਼ਾਵਰ ਤੱਕ ਐਸਾ ਵੀ ਗੱਲ ਹੁੰਦੀ ਹੈ ਕਿ ਤੁਸੀਂ ਸੜਕ ਤੇ ਐਸੀ ਬਣਾਓ ਜਿਹਦੇ ਵਿੱਚ 에ਅਰਕ੍ਰਾਫਟ ਵੀ ਲੈਂਡ ਕਰ ਸਕੇ। ਤੁਸੀਂ ਦੇਖੋ, ਗਡਕਰੀ ਸਾਹਿਬ ਨੇ ਇੱਕ ਵਾਰੀ ਇਹਦੇ ਬਾਰੇ ਸਟੇਟਮੈਂਟ ਵੀ ਦਿੱਤੀ ਸੀ, ਮੈਨੂੰ ਯਾਦ ਹੈ। ਹਾਂ, ਇਹ ਪਸ਼ਾਵਰ ਤੱਕ ਜਾਊਗਾ ਇਹ ਰੋਡ, ਜਾਂ ਕੋਈ ਹੋਰ ਪਲਾਨ ਹੈ? ਮੈਂ ਤਾਂ ਕਹਿੰਦਾ ਅਫਗਾਨਿਸਤਾਨ ਤੱਕ ਚਲੀ ਜਾਏ, ਇਹਦੇ ਵਿੱਚ ਪ੍ਰੋਬਲਮ ਹੈ। ਮੈਂ ਇੱਕ ਚੀਜ਼ ਤੁਹਾਡੇ ਤੋਂ ਹੋਰ ਸਮਝਣਾ ਚਾਹੁੰਦਾ ਕਰਨਲ ਸਾਹਿਬ, ਜਦੋਂ ਪੰਜਾਬ ਇਹ ਸਵਾਲ ਕਰਦਾ ਹੈ, ਪੰਜਾਬ ਬੀਜੇਪੀ ਅੱਗੇ ਵੀ ਸਵਾਲ ਬਹੁਤ ਵਾਰੀ ਆਇਆ ਹੈ ਕਿ ਅਸੀਂ ਪਾਕਿਸਤਾਨ ਨਾਲ ਲਾਂਘੇ ਕਿਉਂ ਨਹੀਂ ਖੋਲ੍ਹ ਸਕਦੇ ਆਪਦੇ, ਹੁਸੈਨੀ ਵਾਲਾ ਬਾਰਡਰ, ਅਟਾਰੀ ਵਾਹਗਾ, ਜਿੱਥੋਂ ਅਸੀਂ ਵਪਾਰ ਕਰ ਸਕੀਏ। ਕਿਉਂਕਿ ਪੰਜਾਬ ਦੀ ਆਰਥਿਕਤਾ ਜਿਹੜੀ, ਉਹ ਤੁਹਾਨੂੰ ਉਹਦੇ ਹਾਲਾਤ ਪਤਾ ਹੈ। ਮੁੱਖ ਮੰਤਰੀ ਵਾਰ-ਵਾਰ ਇਹ ਸਵਾਲ ਖੜਾ ਕਰਦੇ ਆ, ਇਹ ਪਹਿਲੇ ਮੁੱਖ ਮੰਤਰੀ ਨਹੀਂ, ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਸਵਾਲ ਖੜਾ ਕਰਦੇ ਰਹੇ ਆ ਵੀ ਸੈਂਟਰ ਸਾਡੀ ਹੈਲਪ ਕਰੇ। ਪਰ ਜੇ ਪੰਜਾਬ ਨੇ ਆਪਦੇ ਪੈਰਾਂ ਤੇ ਖੜਾ ਹੋਣਾ ਤੇ ਪਾਕਿਸਤਾਨ ਨਾਲ ਜਿਹੜੇ ਲਾਂਘੇ ਖੁੱਲ੍ਹਣੇ ਚਾਹੀਦੇ ਆ। ਕੀ ਮਿਲ ਜਾਏਗਾ ਸਾਨੂੰ ਪਾਕਿਸਤਾਨ 'ਚ? ਉਹਨਾਂ ਦੇ ਕੋਲ ਆਪਣੇ ਖਾਣ ਵਾਸਤੇ ਪੈਸੇ ਹੈ ਨਹੀਂ, ਉਹ ਸਾਨੂੰ ਕੀ ਦੇ ਦੇਣਗੇ? ਕਿੰਨੇ ਮਿਲੀਅਨ ਡਾਲਰ, ਕਿੰਨੇ ਬਿਲੀਅਨ ਡਾਲਰ ਆ ਜਾਣੇ ਨੇ ਸਾਡੇ ਕੋਲ। ਕਿਉਂ ਅਸੀਂ ਐਸੀਆਂ ਚੀਜ਼ਾਂ ਦੇ ਪਿੱਛੇ ਪੈਨੇ ਆ ਜਿਨ੍ਹਾਂ ਦਾ ਕੋਈ ਫਾਇਦਾ ਹੀ ਨਹੀਂ ਹੈ? ਕਿ ਉਹਨਾਂ ਕੋਲ ਸਾਡੇ ਕੋਲ ਬਾਕੀ ਜਿਹੜੇ ਸਾਡੇ ਪੋਰਟ ਹੈਗੇ ਆ ਉਹ ਖੋਲਦੇ ਆ, ਤੇ ਪੰਜਾਬ ਪੰਜਾਬ ਇਹ ਸਵਾਲ ਖੜਾ ਕਰਦਾ, ਪੰਜਾਬ ਦੀਆਂ ਹੁਣ ਐਕਸਪ੍ਰੈਸਵੇਜ਼ ਬਣ ਰਹੀਆਂ ਨੇ ਨਾ। ਮੈਂ ਤੁਹਾਨੂੰ ਹੁਣ ਦੱਸਣਾ ਪੰਜਾਬ ਕਰਦਾ ਕੀ ਹੈ। ਮੈਂ ਤੁਹਾਨੂੰ ਸਟ੍ਰੈਟੇਜਿਕਲੀ ਇੱਕ ਚੀਜ਼ ਦੱਸਣਾ, ਜਿਹੜੀ ਸੜਕ ਬਣਾਈ ਹੈ ਕਸ਼ਮੀਰ ਦੇ ਵਾਸਤੇ, ਥੋੜਾ ਜਿਹਾ ਫਰਕ ਉਹਦਾ ਰਹਿ ਗਿਆ, ਉਹ ਠੀਕ ਹੋ ਜਾਏਗੀ। 5 ਘੰਟਿਆਂ ਦੇ ਵਿੱਚ ਕਸ਼ਮੀਰ ਤੋਂ ਮਾਲ ਜਿਹੜਾ ਸਿੱਧਾ ਜਲੰਧਰ ਆਏਗਾ। ਹੈ
ਹੁਣ ਜਲੰਧਰ ਦੇ ਉੱਤੇ ਡਿਪੈਂਡ ਕਰਦਾ ਹੈ ਨਾ ਕਿ ਐਡਾ ਮਾਲ ਜਿਹੜਾ ਕਸ਼ਮੀਰ ਤੋਂ ਆ ਰਿਹਾ ਜਲੰਧਰ ਉਹਨੂੰ ਐਕਸੈਪਟ ਕਰਕੇ ਉਹਨੂੰ ਅੱਗੇ ਦੇਣ ਦੇ ਵਾਸਤੇ ਤਿਆਰ ਹੋ ਜਾਏ। ਜਿੱਦਾਂ ਜੰਮੂ ਹੈ, ਪਹਿਲੇ ਮਾਲ ਜਿਹੜਾ ਹੈ ਕਸ਼ਮੀਰ ਤੋਂ ਨਿਕਲੇ ਹੋਏ ਐਪਲ ਜਿਹੜੇ ਨੇ ਉਹ ਜੰਮੂ ਕੋਲੋਂ ਅੱਗੇ ਓਵਰਨਾਈਟ ਐਂਡ ਇਨ ਵਨ ਗੋ ਨਹੀਂ ਸੀ ਜਾ ਸਕਦੇ। ਜੰਮੂ ਵਾਸ ਦਾ ਏਰੀਆ। ਹੁਣ ਐਡੀ ਸੋਹਣੀ ਸੜਕ ਬਣ ਗਈ ਹੈ, ਪੂਰੇ ਦਾ ਪੂਰਾ ਕਸ਼ਮੀਰ ਦਾ ਮਾਲ, ਕੇਸਰ ਲੈ ਲਓ, ਐਪਲ ਲੈ ਲਓ, ਜੋ ਵੀ ਹੈ ਉਹ ਸਾਰਾ ਜਲੰਧਰ ਆ ਸਕਦਾ ਹੈ, ਲੁਧਿਆਣੇ ਆ ਸਕਦਾ ਹੈ। ਤੇ ਇਹ ਪੰਜਾਬ ਦੇ ਵਾਸਤੇ ਬੜੌਤੀ ਹੋਈ ਕਿ ਨਹੀਂ ਹੋਈ? ਇਹੋ ਜਿਹੜੀ ਤੁਸੀਂ ਐਕਸਪ੍ਰੈਸਵੇ ਦੀ ਗੱਲ ਕਰ ਰਹੇ ਹੋ, ਜਿਹੜੇ ਲੇਹ ਲਦਾਖ ਤੋਂ ਜਿਹੜੇ ਬੰਦਿਆਂ ਨੇ ਜਾਣਾ ਹੈ, ਟੂਰਿਜ਼ਮ ਜਾਣੀ ਹੈ, ਜਿਹੜੀ ਸਿਰਫ ਜਹਾਜ਼ 'ਚ ਜਾਂਦੀ ਹੁੰਦੀ ਸੀਗੀ, ਨਾਓ ਪੀਪਲ ਵਿਲ ਲਾਈਕ ਟੂ ਗੋ ਬਾਈ ਰੋਡ। ਜਿਹੜੇ ਬੰਦਿਆਂ ਨੇ ਰੋਡ ਤੋਂ ਜਾਣਾ ਹੈ, ਦੇ ਇੰਸਟੈਡ ਆਫ ਹੈਵਿੰਗ ਅ ਓਵਰਨਾਈਟ ਸਟੇ ਇਨ ਜੰਮੂ, ਦੇ ਵਿਲ ਹੈਵ ਅ ਓਵਰਨਾਈਟ ਸਟੇ ਇਨ ਪੰਜਾਬ। ਤੁਸੀਂ ਦੇਖੋ ਕਿੰਨੀ ਉਹਦੀ ਟੂਰਿਜ਼ਮ ਵੱਧਦੀ ਹੈ, ਕਿਉਂਕਿ ਟਾਈਮਿੰਗ ਜਿਹੜਾ ਹੈ ਸੜਕਾਂ ਦੇ ਨਾਲ ਬਣਨ ਦੇ ਨਾਲ ਟਾਈਮਿੰਗ ਕਿੰਨਾ ਵਧੀਆ ਹੋ ਗਿਆ। ਸਿਮਿਲਰਲੀ ਇਹਨਾਂ ਐਕਸਪ੍ਰੈਸਵੇਜ਼ ਦੇ ਨਾਲ ਤੁਸੀਂ ਸਾਰੇ ਪੂਰੇ ਇੱਕ ਬੜੇ ਵਧੀਆ ਦੇਸ਼ ਨੂੰ, ਇੰਡੀਆ ਜੈਸਾ ਜਿਹੜਾ ਐਡਾ ਵਧੀਆ ਦੇਸ਼ ਹੈ, ਉਹਨੂੰ ਤੁਸੀਂ ਫੀਡ ਕਰ ਸਕਦੇ ਹੋ ਆਪਣੇ ਗੁੱਡਸ ਤੇ ਆਪਣੀਆਂ ਚੀਜ਼ਾਂ। ਤੁਸੀਂ ਇੱਕ ਪਾਕਿਸਤਾਨ ਨੂੰ ਕੀ ਫੀਡ ਕਰਦੇ ਨੇ? ਪਾਕਿਸਤਾਨ ਤੁਹਾਨੂੰ ਦੇਗਾ ਕੀ? ਮੈਂ ਇੱਕ ਬੜਾ ਇੰਪੋਰਟੈਂਟ ਸਵਾਲ ਤੁਹਾਡੇ ਤੋਂ ਕਰਨਾ। ਤੁਸੀਂ ਅੱਜ ਕੱਲ੍ਹ ਐਡਵਾਈਜ਼ਰ ਵੀ ਹੋ ਨੈਸ਼ਨਲ ਮਿਨੋਰਿਟੀ ਕਮਿਸ਼ਨ ਦੇ ਵਿੱਚ। ਘੱਟ ਗਿਣਤੀਆਂ ਦੇਸ਼ ਦੇ ਵਿੱਚ ਆਪਦੇ ਆਪ ਨੂੰ ਡਰੀਆਂ ਹੋਈਆਂ ਮਹਿਸੂਸ ਕਰਦੀਆਂ ਪਈਆਂ। ਇਹ ਸਵਾਲ ਕੱਲਾ ਓਪੋਜੀਸ਼ਨ ਦਾ ਨਹੀਂਗਾ, ਘੱਟ ਗਿਣਤੀਆਂ ਜਿਹੜੇ ਨੁਮਾਇੰਦੇ ਉਹਨਾਂ ਦਾ ਸਵਾਲ ਵੀ ਹੈਗਾ। ਤੇ ਤੁਸੀਂ ਪੰਜਾਬ ਤੇ J&K ਦੀ ਵਾਰ-ਵਾਰ ਗੱਲ ਕਰਦੇ ਹੋ, ਤੇ ਪੰਜਾਬ ਐਂਡ J&K ਦਾ ਸਭ ਤੋਂ ਵੱਡਾ ਸਵਾਲ ਹੈ ਸਰ ਕਿ ਕੇਂਦਰ ਸਰਕਾਰ ਦੇ ਰਾਜ ਵਿੱਚ ਅਸੀਂ ਸੁਰੱਖਿਅਤ ਨਹੀਂ ਹੈਗੇ। ਸਰ ਇਹ ਸਵਾਲ ਤੁਹਾਡੇ ਕੋਲ ਵੀ ਆਉਂਦਾ, ਉਹ ਤੁਸੀਂ ਐਡਵਾਈਜ਼ਰ ਵੀ ਹੋ ਸਰ। ਕਿਹੜੀ ਸਰਕਾਰ ਦੇ ਕੋਲ ਸੁਰੱਖਿਅਤ ਮਹਿਸੂਸ ਕਰਦੇ ਸੀਗੇ? ਤੇ ਐਸਾ ਮੈਂ ਤੇ ਕਿਸੇ ਕੋਲੋਂ ਨਹੀਂ ਸੁਣਿਆ। ਮੈਂ ਐਡਵਾਈਜ਼ਰ ਹਾਂ। ਮੈਂ ਜਿਹੜੇ ਸਿੱਖ ਕਮਿਊਨਿਟੀ ਹੈ, ਇਸ ਵੇਲੇ ਮੇਰੀ ਜਿਹੜੀ ਰਿਸਪੌਂਸਿਬਿਲਟੀ ਹੈ ਜ਼ਿਆਦਾ, it is of the Sikhs of Punjab, of Delhi, Haryana, Himachal, Punjab, Jammu Kashmir। ਮੈਂ ਸਾਰਿਆਂ ਦੇ ਨਾਲ ਆਈ ਐਮ ਇਨ ਟੱਚ ਵਿਦ them। ਤੇ ਸਾਰਿਆਂ ਦੇ ਜੋ ਵੀ ਉਹਨਾਂ ਦੇ ਇਸ਼ੂਜ਼ ਨੇ, ਜੋ ਵੀ ਹੈਗੇ ਨੇ, ਜਿਹੜੇ ਤਰੀਕੇ ਨਾਲ ਸਿੱਖੀ ਨੂੰ ਅੱਗੇ ਲੈ ਕੇ ਜਾਣਾ ਹੈ, ਪੰਜਾਬੀਅਤ ਨੂੰ ਅੱਗੇ ਲੈ ਕੇ ਜਾਣਾ ਹੈ, ਜਿਸ ਤਰੀਕੇ ਦੇ ਨਾਲ ਅਸੀਂ ਆਪਣੀ ਸਿਵਲਾਈਜੇਸ਼ਨ ਨੂੰ ਵਧਾਉਣਾ ਹੈ, ਆਪਣੀ ਸਟਰੈਂਥ ਵਧਾਉਣੀ ਹੈ, ਉਹਦੇ ਉੱਤੇ ਬਹੁਤ ਜ਼ਿਆਦਾ ਕੰਮ ਹੋ ਰਿਹਾ ਹੈ। Similar is the case with the Muslim community of Kashmir also। ਮੈਨੂੰ ਪਤਾ ਹੈ ਕਿ ਉਹਨਾਂ ਦੇ ਵਾਸਤੇ there are special cells which have been opened। ਉੱਥੋਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਗੱਲਬਾਤ ਹੁੰਦੀ ਹੈ। ਤੁਸੀਂ ਜਾ ਕੇ ਕਸ਼ਮੀਰ 'ਚ ਦੇਖੋ ਕਿਹੜੇ ਹਾਈ ਲੈਵਲ ਦੀ ਡਿਵੈਲਪਮੈਂਟ ਹੋ ਰਹੀ ਹੈ। ਉਹਨਾਂ ਦੇ ਬੱਚੇ ਜਿਹੜੇ ਨੇ ਉਹ IAS ਵਗੈਰਾ ਪਾਸ ਕਰ ਰਹੇ ਨੇ। ਇਸ ਵੇਲੇ ਜੰਮੂ ਕਸ਼ਮੀਰ ਤੋਂ ਜ਼ਿਆਦਾ ਬੱਚੇ ਪਾਸ ਹੋਏ ਨੇ, ਪੰਜਾਬ ਤੋਂ ਘੱਟ ਬੱਚੇ ਪਾਸ ਹੋਏ ਨੇ। ਹਾਊ ਹੈਜ਼ ਦਿਸ ਹੈਪਨਡ? ਕੁਛ ਤੇ ਕੀਤਾ ਹੈ ਨਾ ਅਸੀਂ ਲੋਕਾਂ ਨੇ। ਸੋ ਦੇਅਰਫੋਰ ਇਹ ਪੋਲੀਟਿਕਸ ਜਿਹੜੀ ਹੈ, ਇਹ ਕਹਿਣਾ ਘੱਟ ਗਿਣਤੀਆਂ ਦਾ, ਮੁਸਲਿਮਸ ਆਰ ਵੋਟਿੰਗ ਫॉर BJP ਮੋਰ ਇਨ UP ਦੈਨ ਐਨੀਬਡੀ ਐਲਸ। ਸੋ ਇਹ 2024 'ਚ ਪਤਾ ਲੱਗ ਜਾਏਗਾ ਕਿ ਘੱਟ ਗਿਣਤੀਆਂ ਸਾਡੇ ਨਾਲ ਨੇ ਕਿ ਸਾਡੇ ਖਿਲਾਫ ਨੇ। ਉਹ 2024 'ਚ ਸਭ ਕਲੀਅਰ ਹੋ ਜਾਏਗਾ। ਚਲੋ, ਬਹੁਤ ਧੰਨਵਾਦ ਕਰਨਾ ਜੈਬੰਦ ਸਿੰਘ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਵਕਤ ਕੱਢਿਆ, ਥੈਂਕ ਯੂ ਜੀ। ਇਹ ਸਨ ਕਰਨਲ ਜੈਬੰਦ ਸਿੰਘ, ਜਿਨ੍ਹਾਂ ਨੇ ਡਿਫੈਂਸ ਦੇ ਵਿੱਚ ਬਹੁਤ ਲੰਬਾ ਸਮਾਂ ਕੰਮ ਕੀਤਾ। ਹੁਣ ਇੱਕ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੇ ਆ ਤੇ ਅੱਜ ਕੱਲ੍ਹ ਵੀ ਲਿਖਦੇ ਆ। ਇਹਨਾਂ ਦੇ ਆਰਟੀਕਲ ਜਿਹੜੇ ਉਹ ਡਿਫੈਂਸ ਦੇ ਨਾਲ ਜੁੜੇ ਹੁੰਦੇ ਆ। ਪਰ ਜਿਹੜਾ ਘੱਟ ਗਿਣਤੀਆਂ ਵਾਲਾ ਡਿਫੈਂਸ ਹੈ ਜਾਂ ਪੋਲੀਟੀਕਲ ਡਿਫੈਂਸ ਹੈਗਾ, ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਇਹ ਰਾਜਨੀਤੀ ਹੈ ਜਿਹੜੀ ਉਹ ਅੱਗੇ ਵੱਧਦੀ ਪਈ ਹੈਗੀ ਆ। ਪਰ ਡਿਫੈਂਸ ਹੈ ਜਿਹੜਾ, ਉਸ ਨੂੰ ਰਾਜਨੀਤੀ ਤੋਂ ਪਾਸੇ ਰੱਖਣਾ ਚਾਹੀਦਾ। ਹਾਲਾਂਕਿ ਕਰਨਲ ਸਾਹਿਬ ਇਹ ਕਹਿੰਦੇ ਆ ਕਿ ਸਾਰੀਆਂ ਹੀ ਧਿਰਾਂ ਨੇ ਡਿਫੈਂਸ ਸਿਸਟਮ ਨੂੰ ਜਾਂ ਸਾਡੀ ਆਰਮੀ ਨੂੰ ਆਪਦੇ ਹਿਸਾਬ ਨਾਲ ਡੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜੇ ਦੇਸ਼ ਦੀ ਸਰਹੱਦ ਦੀ ਸੁਰੱਖਿਆ ਜਿਹੜੀ ਉਹ ਸਿਆਸਤ ਤੋਂ ਪਾਸੇ ਹੋਵੇ ਤਾਂ ਚੰਗਾ। ਬਹੁਤ ਧੰਨਵਾਦ।